सत श्री अकाल जी। तुसी देख रहे हो साडा चैनल आवाज़ ए खलक। मैं कुलदीप सिंह बरमालीपुर। असीं तुहाडे नाल पिछले दिनी वादा कीता सी कि लेटैसट इशू ने जिहड़े रोज़ की आवाज़ है जिहड़ी साडे चैनल का, क्योंकि ना ही आवाज़ ए खलक है, समाज दे विचों राजनीतिक तौर पर, समाजिक तौर पर, एडमिनिस्ट्रेशन के तौर पर जदों कोई आवाज़ उठती है वो खलक की आवाज़ हुंदी है। तो उस आवाज़ के उत्ते फेस टू फेस डिस्कशन करन दा असीं तुहाडे नाल वादा कीता सी। अज असीं उसे प्रोग्राम के तहत आवाज़ ए खलक तहत तुहाडे नाल अज दे कुछ मुद्दे लैके हाजिर होए हैं। आस है तुसीं प्रवान करोगे। समा निरंतर चल रहा है। समय की तौर में बहुत सारिया चंगियां, बहुत सारिया मंदियां घटनावां ने जिहड़ियां बहुत सारिया पीड़ा देने वाली घटनावां वापरदियां ने, बहुत सारिया घटनावां जिहड़ियां समाजिक तौर पर, धार्मिक तौर पर चर्चा का विषय बनदियां ने। कल मानयोग पंजाब ते हरियाणा हाई कोर्ट दे विच कुछ जज साहिबान की नियुक्ति है जिहड़ी वो हुई है। इस नियुक्ति नूं कुछ राजनीतिक तौर पर राजनीतिक शख्सियतां वालों, राजनीतिक पार्टियां वालों ये कह के चर्चा दे विच लियाउण दा यतन किया जा रहा है कि उन्हां जजां की नियुक्ति विच कोई भी सिख जज नहीं है। हालांकि ये एक वखरा विषय है, ये एडमिनिस्ट्रेशन का विषय है, एक पढ़ाई का विषय है, एक क्वालिफिकेशन का विषय है। तो इस नूं धर्म नाल जोड़ के साडे नाल बहुत ही सत्कारयोग सिख कौम के महान विद्वान, महान प्रचारक ते सूझवान शख्सियत ज्ञानी तरलोचन सिंह जी भुमध्दी साहब साडे नाल हाज़र होए ने। भुमध्दी साहब दस्सिओ जरा कि ये सारा कुछ जिहड़ा वरतारा है, जिवें आ जजां की नियुक्ति हुई है, इस वरतारे तहत तुसीं इस नूं किस नज़रिए नाल देखदे हो कि ये सिख जज की नियुक्ति के बाबत जिहड़े सवाल उठाए जा रहे हैं कि ये जायज़ ने? ਜਦੋਂ ਅਸੀਂ ਇਹਨੂੰ ਆਮ ਨਜ਼ਰ ਨਾਲ ਦੇਖਦੇ ਆ ਬਈ ਕੋਈ ਵੀ ਜੱਜ ਹੈ ਜਿਹੜਾ ਉਹ ਸਿੱਖ ਪਹਿਰਾਵੇ ਵਾਲਾ ਨਹੀਂ, ਤੇ ਆਮ ਜਨ ਸਧਾਰਨ ਸਿੱਖ ਆ ਜਿਹੜਾ ਉਹਦੇ ਮਨ ਨੂੰ ਇਸ ਗੱਲ ਦੀ ਠੇਸ ਲੱਗਦੀ ਆ ਵੀ ਕਿਉਂਕਿ ਅਸੀਂ ਇੱਕ ਵੱਖਰੀ ਕੌਮ ਦੇ ਤੌਰ ਤੇ ਇਸ ਹਿੰਦੁਸਤਾਨ ਵਿੱਚ ਜਦੋਜਹਿਦ ਵੀ ਕਰ ਰਹੇ ਹਾਂ, ਆਪਣੀ ਵੱਖਰੀ ਪਛਾਣ ਬਣਾ ਕੇ ਰੱਖਣ ਵਿੱਚ ਅਸੀਂ ਬੜੇ ਯਤਨ ਵੀ ਕੀਤੇ, ਵੱਖ-ਵੱਖ ਆਵਾਜ਼ਾਂ ਵੀ ਆਉਂਦੀਆਂ ਨੇ ਵੀ ਸਿੱਖ ਇੱਕ ਵੱਖਰੀ ਕੌਮ ਆ। ਲੇਕਿਨ ਇਹਦੇ ਲਈ ਜਿਹੜੇ ਲੋਕ ਅੱਜ ਆਵਾਜ਼ ਉਠਾ ਰਹੇ ਨੇ, ਇਹਨੂੰ ਪੋਲੀਟੀਕਲ ਐਂਗਲ ਤੋਂ ਜਦੋਂ ਅਸੀਂ ਦੇਖਦੇ ਹਾਂ, ਉਚੇਚੇ ਤੌਰ ਤੇ ਮੈਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਕਿਉਂਕਿ ਉਹਨਾਂ ਨੇ ਚਿੱਠੀ ਲਿਖੀ ਆ ਕਿ ਕਿਉਂਕਿ ਕੋਈ ਸਿੱਖ ਜੱਜ ਕਿਉਂ ਨਹੀਂ ਨਿਯੁਕਤ ਕੀਤਾ ਗਿਆ, ਮੈਂ ਸਮਝਦਾ ਵੀ ਉਹਨਾਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ। ਜਦੋਂ ਰਾਜ ਕਰ ਰਹੇ ਸੀ ਉਹਨਾਂ ਨੇ ਕਿੰਨੇ ਕੁ ਵਧੀਆ ਤਰੀਕੇ ਦੇ ਨਾਲ ਇਹ ਐਜੂਕੇਸ਼ਨ ਦਿੱਤੀ, ਜਾਂ ਜਿਹੜੀ ਕਾਨੂੰਨੀ ਵਿਦਿਆ ਉਹ ਪੰਜਾਬ ਦੇ ਵਿੱਚ ਕਿੰਨੀ ਕੁ ਸਸਤੀ ਕੀਤੀ ਕਿ ਆਮ ਘਰਾਂ ਦੇ ਜਿਹੜੇ ਬੱਚੇ ਨੇ ਉਹ ਲਾ ਦੇ ਖੇਤਰ ਵਿੱਚ ਆ ਕੇ, ਕਾਨੂੰਨ ਦੇ ਖੇਤਰ ਵਿੱਚ ਆ ਕੇ ਵਧੀਆ ਪੜ੍ਹਾਈ ਕਰਕੇ ਅਪੁਆਇੰਟ ਹੋਣ। ਜਿੰਨਾ ਚਿਰ ਉਹ ਅਪੁਆਇੰਟ ਨਹੀਂ ਹੁੰਦੇ ਉਹਨਾਂ ਚਿਰ ਸੀਨੀਅਰਟੀ ਦੇ ਹਿਸਾਬ ਨਾਲ ਉਹ ਹਾਈ ਕੋਰਟ ਵਿੱਚ ਕਿਵੇਂ ਜਾ ਸਕਣਗੇ। ਅਸੀਂ ਜਦੋਂ ਮੁੱਢਲੇ ਸਾਧਨ ਨਹੀਂ ਬਣਾਉਂਦੇ, ਜਦੋਂ ਅਸੀਂ ਇਹ ਨਹੀਂ ਦੇਖਿਆ, ਹੁਣ ਸਾਡੇ ਬੱਚੇ ਆਪਾਂ ਪਿਛਲੇ ਸਾਲ ਤੋਂ ਕਿੰਨੇ ਸਾਲਾਂ ਤੋਂ ਦੇਖਦੇ ਹਾਂ, ਇੱਥੇ ਤਾਂ ਕੋਈ ਬੱਚਾ ਰਹਿਣ ਲਈ ਤਿਆਰ ਨਹੀਂਗਾ। ਤੇ ਜਦੋਂ ਇੱਥੇ ਰਹਿਣ ਲਈ ਤਿਆਰ ਨਹੀਂ, ਸਾਡੀ ਜਿਹੜੀ ਪੜ੍ਹਾਈ ਆ ਜਾਂ ਸਾਡੇ ਵਿਦਿਅਕ ਅਦਾਰੇ ਨੇ, ਗਰੀਬ ਬੰਦੇ ਦੀ ਪਹੁੰਚ ਤੋਂ ਤਾਂ ਵਿਦਿਅਕ ਅਦਾਰੇ ਇੰਨੀ ਦੂਰ ਹੋ ਗਏ ਵੀ ਗਰੀਬ ਬੱਚਾ ਤਾਂ ਉੱਧਰ ਨੂੰ ਜਾ ਹੀ ਨਹੀਂ ਸਕਦਾ, ਉਹਦੇ ਕੋਲ ਇੰਨੇ ਪੈਸੇ ਹੀ ਨਹੀਂ। ਤੇ ਜੇ ਸਾਡੀਆਂ ਧਾਰਮਿਕ ਸੰਸਥਾਵਾਂ ਨੇ, ਅਸੀਂ ਜਦੋਂ ਇਹਨੂੰ ਵੇਖਦੇ ਹਾਂ, ਕਿਉਂਕਿ ਸ਼੍ਰੋਮਣੀ ਅਕਾਲੀ ਦਲ ਹੀ ਲਗਭਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਾਬਜ ਆ, ਕਿਉਂਕਿ ਮੈਂ ਇੱਕ ਸਿੱਖ ਧਰਮ ਦਾ ਪ੍ਰਚਾਰਕ ਹਾਂ ਤੇ ਇਹਨੂੰ ਨੇੜਿਓਂ ਬਾਝਦਾ ਰਹਿਣਾ ਚਾਹੁੰਦਾ ਹੀ। ਤਾਂ ਅਸੀਂ ਸਾਰਿਆਂ ਵੀ ਜਿੰਨੀਆਂ ਵੀ ਕਮਿਊਨਿਟੀਆਂ ਨੇ, ਹਰ ਕਮਿਊਨਿਟੀ ਦਾ ਬੰਦਾ ਉਹਨੂੰ ਮੌਕਾ ਮਿਲਣਾ ਚਾਹੀਦਾ। ਪਰ ਜਦੋਂ ਅਸੀਂ ਯੋਗਤਾ ਦੇ ਆਧਾਰ ਤੇ ਵੇਖਦੇ ਹਾਂ, ਉੱਥੇ ਸਾਨੂੰ ਆਪਣੇ ਅੰਦਰ ਵੀ ਝਾਤੀ ਮਾਰਨੀ ਚਾਹੀਦੀ ਆ ਵੀ ਕੀ ਅਸੀਂ ਇੰਨੇ ਯੋਗਤਾ ਵਾਲੇ ਨਵੇਂ ਆਪਣੇ ਬੱਚਿਆਂ ਨੂੰ ਉਸ ਲੈਵਲ ਤੱਕ ਐਜੂਕੇਸ਼ਨ ਨਹੀਂ ਦੇ ਸਕੇ, ਜਾਂ ਉੱਦਾਂ ਦਾ ਉਹਨਾਂ ਨੂੰ ਸਾਧਨ ਨਹੀਂ ਦੇ ਸਕੇ, ਜਾਂ ਉੱਦਾਂ ਦੇ ਉਹਨਾਂ ਨੂੰ ਜਿਹੜੇ ਅਸੀਂ ਜਿਹੜੀਆਂ ਸੰਸਥਾਵਾਂ ਸੀ ਉਹ ਨਹੀਂ ਦੇ ਸਕੇ। ਇਹ ਵੀ ਗੱਲ ਸਾਨੂੰ ਨਾਲ ਪ੍ਰਵਾਨ ਕਰਨੀ ਪਊਗੀ। ਹਾਂ, ਜਿਹੜੇ ਨਿਯੁਕਤ ਹੋਏ ਨੇ ਉਹਨਾਂ ਨੂੰ ਵਧਾਈ ਦੇਣੀ ਬਣਦੀ ਹੈ, ਕਿਉਂਕਿ ਯੋਗਤਾ ਦੇ ਆਧਾਰ ਤੇ ਨਿਯੁਕਤ ਹੋਏ ਨੇ। ਉਹਦੇ ਵਿੱਚ ਆਪਾਂ ਨੂੰ ਇਸ ਗੱਲ ਦਾ ਕਿੰਤੂ ਕਰਨ ਦੀ ਥਾਂ ਤੇ ਅੱਜ ਤੋਂ ਹੀ ਸੁਹਿਰਦ ਹੋ ਕੇ ਇਸ ਪਾਸੇ ਤੁਰਨਾ ਚਾਹੀਦਾ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਡੀ ਕੌਮ ਵਿੱਚੋਂ ਵੀ ਜਿਹੜੇ ਬੱਚੇ ਨੇ ਉਹ ਲਾ ਦੇ ਖੇਤਰ ਵਿੱਚ, ਕਾਨੂੰਨ ਦੇ ਖੇਤਰ ਵਿੱਚ ਆਉਣ, ਅਤੇ ਕੇਵਲ ਜੱਜਾਂ ਦੇ ਤੌਰ ਤੇ ਨਹੀਂ, ਉਹ IAS ਦੇ ਤੌਰ ਤੇ, IPS ਦੇ ਤੌਰ ਤੇ, ਜਾਂ IFS ਦੇ ਤੌਰ ਤੇ ਜਿੰਨੀ ਵੀ ਵੱਡੀਆਂ ਸਾਡੀਆਂ ਅਹੁਦੇ ਨੇ ਉਹਨਾਂ ਤੇ ਸਿੱਖ ਨੇ ਜਿਹੜੇ ਉਹ ਨਿਯੁਕਤ ਹੁੰਦੇ ਰਹੇ। ऐसा नहीं कि हुण तक कोई सिख जज नहीं बनया, ये नहीं।
ਸਵਾਲ ਮੈਂ ਸੋਚਦਾ ਸੀ ਬੈਠਾ, ਕਿਉਂਕਿ ਇੱਕ ਪਾਸੇ ਭਾਵਨਾਵਾਂ ਹੁੰਦੀਆਂ ਨੇ ਤੇ ਇੱਕ ਪਾਸੇ ਮਨੁੱਖ ਦੇ ਫਰਜ਼ ਹੁੰਦੇ ਨੇ। ਜਿਹੜੀ ਗੱਲ ਗਿਆਨੀ ਤਰਲੋਚਨ ਸਿੰਘ ਭਮੱਦੀ ਹੋਰਾਂ ਨੇ ਕਹੀ ਹੈ, ਪਿਛਲੇ ਦਿਨੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਵੀ ਲੋਕ ਸਭਾ ਦੇ ਵਿੱਚ ਇਹ ਮੁੱਦਾ ਉਠਾਇਆ ਸੀ। ਹੁਣ ਲੋਕ ਸਭਾ ਦੇ ਵਿੱਚ ਇਹ ਮੁੱਦਾ ਉਠਾਉਣ ਤੋਂ ਬਾਅਦ ਮੇਰੇ ਜ਼ਿਹਨ ਵਿੱਚ ਇੱਕ ਸਵਾਲ ਬਾਰ-ਬਾਰ ਆ ਰਿਹਾ ਹੈ ਕਿ ਇਹ ਸਾਡੀਆਂ ਭਾਵਨਾਵਾਂ ਹੋ ਸਕਦੀਆਂ ਨੇ ਕਿ ਸਿੱਖ ਜੱਜ ਹੋਣਾ ਚਾਹੀਦਾ ਹੈ, ਪਰ ਸਾਡੇ ਫਰਜ਼, ਕਿਉਂਕਿ ਲੰਮਾ ਸਮਾਂ ਪੰਜਾਬ ਦੇ ਵਿੱਚ ਦੋ ਰਾਜਨੀਤਿਕ ਪਾਰਟੀਆਂ ਦਾ ਰਾਜ ਰਿਹਾ ਹੈ। ਤੇ ਜਿਹੜੀ ਗੱਲ ਗਿਆਨੀ ਤਰਲੋਚਨ ਸਿੰਘ ਭਮੱਦੀ ਹੋਰਾਂ ਨੇ ਕਹੀ ਹੈ, ਭਮੱਦੀ ਸਾਹਿਬ ਮੈਨੂੰ ਜਰਾ ਸੋਚ ਕੇ ਵਿਚਾਰ ਕੇ ਜਰਾ ਨਿੱਠ ਕੇ ਦੱਸਿਓ ਇਹ ਗੱਲ ਕਿ ਅਕਾਲੀ ਦਲ, ਕਾਂਗਰਸ ਜਾਂ ਹੋਰ ਧਿਰਾਂ ਜਿੰਨੀਆਂ ਵੀ ਪੰਜਾਬ ਦੇ ਵਿੱਚ ਰਾਜ ਕਰਨ ਵਾਲੀਆਂ ਨੇ, ਇਹਨਾਂ ਨੇ ਤੁਹਾਡੇ ਉਮਰ ਦੇ ਪੜਾਅ ਵਿੱਚ, ਤੁਹਾਡੇ ਦੌਰ ਵਿੱਚ, ਤੁਹਾਡੇ ਨਜ਼ਰੀਏ ਵਿੱਚ ਕਦੇ ਕੋਈ ਇਦਾਂ ਦਾ ਯਤਨ ਕੀਤਾ ਹੈ ਕਿ ਪੰਜਾਬ ਦੇ ਬੱਚੇ, ਕਿਉਂਕਿ PCS, IAS ਇਸ ਪਾਸੇ ਨੂੰ ਜਦੋਂ ਲਿਜਾਣੇ ਹੋਣ, ਸਾਡੀ ਪੀੜ੍ਹੀ ਨੂੰ ਕਿਸੇ ਚੰਗੇ ਪਾਸੇ ਲਿਜਾਣਾ ਹੋਣ, ਸਿਰਫ ਕੇਵਲ ਬੋਲਣ ਨਾਲ ਖਾਨਾ ਪੂਰਤੀ ਕੀਤੀ ਜਾ ਸਕਦੀ ਹੈ। ਜੇ ਖਾਨਾ ਪੂਰਤੀ ਉਹ ਕਰਨੀ ਆ, ਫਿਰ ਜਰਾ ਮੈਨੂੰ ਦੱਸਿਓ ਤੁਸੀਂ ਆਪਣੇ ਜ਼ਿੰਦਗੀ ਦੇ ਤਜਰਬੇ ਵਿੱਚੋਂ ਕਦੇ ਤੁਹਾਨੂੰ ਕਿਸੇ ਸਰਕਾਰ ਦਾ ਵੀ ਹੁਣ ਤੱਕ ਕਦੇ ਕੋਈ ਯਤਨ ਨਜ਼ਰ ਆਇਆ ਹੈ? ਪੰਜਾਬ ਦੇ ਵਿੱਚ ਜਦੋਂ ਅਸੀਂ ਸਰਕਾਰਾਂ ਦੀ ਗੱਲ ਕਰਦੇ ਹਾਂ, ਕਾਂਗਰਸ ਤੇ ਅਕਾਲੀ ਦਲ ਨੂੰ ਅਸੀਂ ਵੱਖ-ਵੱਖ ਪੱਖਾਂ ਤੋਂ ਵਿਚਾਰਾਂਗੇ, ਕਿਉਂਕਿ ਕਾਂਗਰਸ ਜਿਹੜਾ ਵੀ ਕੰਮ ਕਰਦੀ ਸੀ, ਉਹਨਾਂ ਦੀ ਹਾਈ ਕਮਾਂਡ ਦਿੱਲੀ ਦੇ ਵਿੱਚ ਸੀ, ਉਹ ਉਹਦੇ ਅਧੀਨ ਕੰਮ ਕਰਦੀ ਸੀ, ਨਿੱਜੀ ਤੌਰ ਤੇ ਉਹ ਵੱਡੇ ਫੈਸਲੇ ਨਹੀਂ ਸੀ ਲੈ ਸਕਦੇ। ਲੇਕਿਨ ਅਕਾਲੀ ਦਲ ਕਿਉਂਕਿ ਖੇਤਰੀ ਪਾਰਟੀ ਸੀ, ਇਹਨਾਂ ਦੇ ਆਪਣੇ, ਇਹਨਾਂ ਕੋਲ ਅਧਿਕਾਰ ਸੀ, ਇਹਨਾਂ ਦਾ ਆਪਣਾ ਇੱਕ ਸਿਸਟਮ ਸੀ ਜਿਹਦੇ ਵਿੱਚੋਂ ਇਹਨਾਂ ਨੇ ਚੱਲਣਾ ਸੀ। ਲੇਕਿਨ ਇਹ ਹਿੰਦੁਸਤਾਨ ਦਾ ਵੀ, ਤੇ ਹਿੰਦੁਸਤਾਨ ਦਾ ਹੀ ਅਸੀਂ ਇੱਕ ਹਿੱਸਾ ਪੰਜਾਬ, ਇਹ ਸਾਡਾ ਬਹੁਤ ਕਮਜ਼ੋਰ ਪੱਖ ਆ ਵੀ ਅਸੀਂ ਐਜੂਕੇਸ਼ਨ ਦੀ ਜਿਹੜੀ ਬਰਾਬਰਤਾ ਨਾ, ਉਹ ਅਸੀਂ ਬਣਾ ਹੀ ਨਹੀਂ ਸਕੇ। ਇਹਦੇ ਵਿੱਚ ਅਸੀਂ ਇੱਕ ਅਮੀਰੀ ਤੇ ਗਰੀਬੀ ਦਾ ਫਰਕ ਪਾਤਾ। ਮੈਨੂੰ ਇੱਕ ਸੁਪਰੀਮ ਕੋਰਟ ਦੇ ਸਾਬਕਾ ਜੱਜ ਦੀ ਟਿੱਪਣੀ ਯਾਦ ਆਉਂਦੀ ਆ, ਉਹ ਕਹਿੰਦਾ ਵੀ ਜਿੰਨਾ ਚਿਰ ਤੁਸੀਂ ਐਜੂਕੇਸ਼ਨ ਨੂੰ ਇੱਕੋ ਬਰਾਬਰ ਨਹੀਂ ਕਰ ਦਿੰਦੇ ਨਾ, ਗਰੀਬ ਤੇ ਅਮੀਰ ਲਈ ਇੱਕੋ ਜੀ ਐਜੂਕੇਸ਼ਨ ਨਹੀਂ ਕਰ ਦਿੰਦੇ, ਇੱਕੋ ਜੀ ਵਿੱਦਿਆ ਨਹੀਂ ਕਰ ਦਿੰਦੇ, ਇੱਕੋ ਜੀ ਪੜ੍ਹਾਈ ਨਹੀਂ ਕਰ ਦਿੰਦੇ, ਉਹਨਾਂ ਚਿਰ ਤੁਹਾਡੇ ਲੋਕਤੰਤਰ ਦਾ ਕੋਈ ਅਰਥ ਨਹੀਂ। ਅਰਥ ਤਾਂ ਹੈ ਜੇ ਉਹ ਜਿਹੜਾ ਗਰੀਬ ਦਾ ਬੱਚਾ ਵੀ ਆ, ਬੜੇ ਟੈਲੈਂਟਡ ਬੱਚੇ ਨੇ ਲੇਕਿਨ ਉਹ ਨਹੀਂ ਜਾ ਸਕਦੇ। ਵੱਡੇ ਵੱਡੇ ਸਕੂਲ ਨੇ ਜਿਹੜੇ ਆਪਾਂ ਆਪਣੇ ਖੇਤਰ ਵਿੱਚ ਦੇਖਦੇ ਹਾਂ, ਕਿਉਂਕਿ ਮੈਂ ਉਸ ਦੌਰ ਵਿੱਚ ਪੜ੍ਹਿਆ ਜਦੋਂ ਇਹ ਸਰਕਾਰੀ ਸਕੂਲ ਹੁੰਦੇ ਸੀ, ਇਹਦੇ ਵਿੱਚ ਬੱਚੇ ਪੜ੍ਹਦੇ ਸੀ, ਅਮੀਰਾਂ ਦੇ ਵੀ ਗਰੀਬਾਂ ਦੇ ਵੀ। ਲੇਕਿਨ ਇਹ ਜਿੰਨੀਆਂ ਵੀ ਸਰਕਾਰਾਂ ਆਈਆਂ, ਉਹਨਾਂ ਨੇ, ਮੈਂ ਸਮਝਾਂਗਾ ਵੀ ਵਿਦ ਪਲੈਨਿੰਗ, ਇਹਨੂੰ ਐਜੂਕੇਸ਼ਨ ਨੂੰ ਜਾਂ ਵਿੱਦਿਆ ਨੂੰ ਇੱਕ ਵਪਾਰ ਬਣਾਤਾ। ਜਦੋਂ ਤੁਸੀਂ ਵਪਾਰ ਬਣਾਤਾ ਤੇ ਜਿਹੜੇ ਇਹਦੇ ਵਿਦਿਅਕ ਅਦਾਰਿਆਂ ਦੇ ਮਾਲਕ ਨੇ, ਉਹਨਾਂ ਦਾ ਸਭ ਤੋਂ ਪਹਿਲਾ ਕੰਮ ਆ ਮੁਨਾਫਾ ਕਮਾਉਣਾ। ਉਹ ਮੁਨਾਫੇ ਵੱਲ ਨੂੰ ਚੱਲ ਪਏ। ਉਹਨਾਂ ਨੇ ਜਦੋਂ ਮੁਨਾਫੇ ਵੱਲ ਨੂੰ ਚੱਲ ਪਏ, ਫਿਰ ਅਸੀਂ ਜਿਹੜੀ ਸਾਡਾ ਬੇਸ ਸੀ, ਜਿਹੜਾ ਸਾਡਾ ਅਸਲੀ ਤੱਤ ਸੀ, ਜਿੱਥੇ ਅਸੀਂ ਕੰਮ ਕਰਨਾ ਸੀ, ਇੱਕ ਚੰਗੇ ਸਮਾਜ ਦੀ ਸਿਰਜਣਾ ਵਾਸਤੇ ਅਸੀਂ ਬੱਚੇ ਹਰ ਖੇਤਰ ਵਿੱਚੋਂ ਕੁਆਲੀਫਾਈਡ ਬਣਾ ਕੇ ਭੇਜਣੇ ਸੀ। ਤੇ ਸਾਨੂੰ ਇਹ ਸ਼ਿਕਵਾ ਕਰਨ ਦਾ ਮੌਕਾ ਨਹੀਂ ਸੀ ਮਿਲਣਾ ਜੇ ਅਸੀਂ ਆਪ ਜਿਹੜੇ ਬੰਦੇ ਸਰਕਾਰਾਂ ਦੇ, ਦੋਨੋਂ ਪੱਖਾਂ ਦੀਆਂ ਸਰਕਾਰਾਂ ਦੇ, ਕਾਂਗਰਸ, ਅਕਾਲੀ, ਆ ਜਿਹੜੀ ਵਰਤਮਾਨ ਸਰਕਾਰ ਹੈ, ਇਹਨੂੰ ਤਾਂ ਆਪਾਂ ਇਹਦੇ ਵਿੱਚ ਦੋਸ਼ੀ ਨਹੀਂ ਬਣਾ ਸਕਦੇ, ਕਿਉਂਕਿ ਇਹ ਤਾਂ ਹੁਣ ਹਾਲੇ 5-4 ਮਹੀਨਿਆਂ ਤੋਂ ਹੀ ਹੋਂਦ ਵਿੱਚ ਆਈ ਆ। ਲੇਕਿਨ ਪਹਿਲੀਆਂ ਸਰਕਾਰਾਂ ਇਸ ਜ਼ਿੰਮੇਵਾਰੀ ਤੋਂ ਬਚ ਨਹੀਂ ਸਕਦੀਆਂ, ਕਿਉਂਕਿ ਜੇ ਉਹ ਜ਼ਿੰਮੇਵਾਰੀ ਕਬੂਲਦੀਆਂ ਤੇ ਅੱਜ ਉਹਨਾਂ ਨੂੰ ਇਹ ਸ਼ਿਕਵਾ ਨਾ ਕਰਨਾ ਪੈਂਦਾ। ਅਕਾਲੀ ਦਲ ਕਿਉਂਕਿ ਉਹ ਆਪਣੇ ਆਪ ਨੂੰ ਨਾਲ ਅਕਾਲੀ ਸੋਚ ਲੈ ਕੇ ਵੀ ਚੱਲਦਾ, ਸਿੱਖ ਪੰਥ ਦਾ ਦਾਅਵੇਦਾਰ ਲੈ ਕੇ ਵੀ ਚੱਲਦਾ। ਹਾਲਾਂਕਿ ਧਰਮ ਹੈ ਜਿਹੜਾ, ਇਹ ਆਪਣਾ ਆਪਣਾ, ਇਹ ਨਹੀਂ ਕਿ ਕੇਵਲ ਅਕਾਲੀ ਹੀ ਸਿੱਖ ਹੋ ਸਕਦੇ ਨੇ, ਕਾਂਗਰਸੀ ਵੀ ਵਧੀਆ ਸਿੱਖ ਨੇ, ਹੋਰ ਜਿੰਨੀਆਂ ਵੀ ਰਾਜਨੀਤਿਕ ਪਾਰਟੀਆਂ ਨੇ ਉਹਨਾਂ ਵਿੱਚ ਵੀ ਵਧੀਆ ਸਿੱਖ ਮੌਜੂਦ ਨੇ, ਜਿਹੜੇ ਕਿਸੇ ਵੀ ਪਾਰਟੀ ਨੂੰ ਨਹੀਂ ਬਿਲੋਂਗ ਕਰਦੇ ਉਹ ਵੀ ਸਿੱਖ ਨੇ। ਲੇਕਿਨ ਇਹਨਾਂ ਗੱਲਾਂ ਨੂੰ ਅਸੀਂ ਧਿਆਨ ਵਿੱਚ ਰੱਖਣਾ ਵੀ ਅੱਜ ਅਸੀਂ ਜਿਹੜੇ ਅਲਾਂਭੇ ਦਿੰਦੇ ਹਾਂ, ਕਦੇ ਜਦੋਂ ਅਸੀਂ ਜ਼ਿੰਮੇਵਾਰ ਸੀ, ਸਾਡੇ ਹੱਥ ਵਿੱਚ ਪਹੁੰਚ ਸੀ, ਤਾਕਤ ਸੀ, ਅਸੀਂ ਇਹਦੇ ਬਾਰੇ ਕੀ ਕੀਤਾ। ਭਮੱਦੀ ਸਾਹਿਬ, ਠੀਕ ਹੈ ਤੁਹਾਡੀ ਗੱਲ, ਸਰਕਾਰਾਂ ਦੋਸ਼ੀ ਨੇ। ਕਿਤੇ ਨਾ ਕਿਤੇ ਆ ਕੇ ਹਰ ਮਨੁੱਖ ਦੀ ਭਾਵਨਾ ਤਾਂ ਇਹ ਹੁੰਦੀ ਹੈ। ਹਾਲਾਂਕਿ ਇਹ ਗੱਲ ਨਹੀਂ ਵੀ ਸਿੱਖ ਹੀ ਜੱਜ ਹੋਣਾ ਚਾਹੀਦਾ, ਸਮੁੱਚੀ ਮਨੁੱਖਤਾ ਮਿਹਨਤ ਕਰਕੇ ਕੋਈ ਵੀ ਕਿਸੇ ਵੀ ਸਮਾਜ ਦਾ, ਕਿਸੇ ਵੀ ਵਰਗ ਦਾ ਬੱਚਾ ਅੱਗੇ ਆ ਸਕਦਾ ਹੈ। ਪਰ ਫਿਰ ਵੀ ਪੰਜਾਬ ਦੀ ਧਰਤੀ ਦੀ ਅਗਰ ਗੱਲ ਕਰੀਏ ਤਾਂ ਪੰਜਾਬ ਦੀ ਧਰਤੀ ਦੇ ਰਹਿਣ ਵਾਲਾ ਕੋਈ ਵੀ ਧਰਤੀ ਪੁੱਤਰ ਹੈ ਜਿਹੜਾ, ਇਹਨੂੰ ਕਿਵੇਂ ਹਾਲਾਤਾਂ ਨੂੰ ਕਿਵੇਂ ਸਹੀ ਕੀਤਾ ਜਾ ਸਕਦਾ, ਕਿਉਂਕਿ ਦਿਲ ਤਾਂ ਸਭ ਦਾ ਕਰਦਾ ਹੈ, ਭਾਵਨਾ ਹਰ ਇੱਕ ਮਨੁੱਖ ਦੀਆਂ ਹੁੰਦੀਆਂ ਨੇ ਕਿ ਸਾਡੇ ਪੰਜਾਬ ਦੇ ਵਿੱਚੋਂ ਜਦੋਂ ਸਾਡੇ ਦੀ ਗੱਲ ਆ ਜਾਂਦੀ, ਸਾਡੀ ਧਰਤੀ ਦੀ ਗੱਲ ਆਉਂਦੀ ਹੈ, ਤੇ ਤੁਸੀਂ ਸਾਨੂੰ ਇਹ ਦੱਸੋ ਵੀ ਹੁਣ ਕੀ ਕੀਤਾ ਜਾ ਸਕਦਾ ਤਾਂ ਕਿ, ਕਿਉਂਕਿ ਪੰਜਾਬ ਦੇ ਬੱਚੇ ਨੇ, ਅੱਗੇ ਜਾ ਕੇ ਆਪਾਂ ਗੱਲ ਵੀ ਕਰਾਂਗੇ, ਤੇ ਲਗਾਤਾਰ ਬਾਹਰ ਜਾ ਰਹੇ ਨੇ, ਪਰ ਹੁਣ ਜਿਹੜੇ ਪੰਜਾਬ ਦੇ ਵਿੱਚ ਬੱਚੇ ਨੇ ਉਹ ਕਿਵੇਂ ਨਾ ਕਿਵੇਂ, ਕਿਹੜੇ ਤਰੀਕੇ ਦੇ ਨਾਲ ਇਹੋ ਜਿਹੀਆਂ ਸੰਸਥਾਵਾਂ ਦੇ ਉੱਤੇ ਆ ਸਕਦੇ ਨੇ, ਜਿਵੇਂ ਕਿ
ਹਾਈ ਕੋਰਟ ਦੇ ਜੱਜ ਸਾਹਿਬਾਨ ਦੀ ਨਿਯੁਕਤੀ ਹੋਈ ਹੈ। ਕਿਵੇਂ ਪੰਜਾਬ ਦੇ ਬੱਚਿਆਂ ਦੇ ਅੰਦਰ ਟੈਲੈਂਟ, ਪੰਜਾਬ ਦੇ ਬੱਚਿਆਂ ਨੂੰ ਕਿਵੇਂ ਇਸ ਪਾਸੇ ਉਤਸ਼ਾਹਿਤ ਕੀਤਾ ਜਾ ਸਕਦਾ? ਇਹਨੂੰ ਅਸੀਂ ਜਦੋਂ ਦੂਜੇ ਸੰਦਰਭ ਵਿੱਚ ਦੇਖਦੇ ਹਾਂ, ਇਹ ਗੱਲਾਂ ਸਾਡੇ ਸਾਹਮਣੇ ਸਪਸ਼ਟ ਹੁੰਦੀਆਂ ਨੇ ਵੀ ਜਿੰਨਾ ਚਿਰ ਤੁਹਾਡੀ ਐਜੂਕੇਸ਼ਨ ਤੁਹਾਨੂੰ ਰੁਜ਼ਗਾਰ ਨਹੀਂ ਦਿੰਦੀ, ਉਹਨਾਂ ਚਿਰ ਤੁਸੀਂ ਤੁਹਾਡੇ ਬੱਚੇ ਨੇ ਜਿਹੜੇ ਇਸ ਗੱਲ ਨੂੰ ਸਮਝਦੇ ਨੇ, ਜਾਂ ਮਾਪੇ ਜਿਹੜੇ ਬੱਚਿਆਂ ਨੂੰ ਗਾਈਡ ਕਰਦੇ ਨੇ, ਜਾਂ ਬੱਚੇ ਜਿਨ੍ਹਾਂ ਨੂੰ ਆਪਣਾ ਮਾਰਗ ਦਰਸ਼ਕ ਮੰਨਦੇ ਨੇ, ਉਹ ਉਹਨਾਂ ਨੂੰ ਦੱਸਦੇ ਨੇ ਵੀ ਸਾਨੂੰ ਇੱਥੇ ਜਾ ਕੇ ਸਾਡਾ ਭਵਿੱਖ ਹੈ ਜਿਹੜਾ ਉਹ ਵਧੀਆ ਹੋਗਾ। ਇਹ ਕੇਵਲ ਜੱਜਾਂ ਦੀ ਨਿਯੁਕਤੀ ਵਿੱਚ ਨਹੀਂ ਹੋਣੀ, ਇਹ ਤਾਂ ਨਿਯੁਕਤ ਹੋ ਚੁੱਕੇ ਨੇ ਪਹਿਲਾਂ। ਉਹਨਾਂ ਦੇ ਵਿੱਚੋਂ ਸੀਨੀਅਰਟੀ ਦੇ ਹਿਸਾਬ ਨਾਲ ਉਹਨਾਂ ਨੂੰ ਨਿਯੁਕਤ ਕੀਤਾ ਗਿਆ। ਇਹ ਨਵੀਆਂ ਅਪਾਇੰਟਮੈਂਟਾਂ ਨਹੀਂ ਹੈਗੀਆਂ, ਇਹ ਪਹਿਲਾਂ ਜਿਹੜੇ ਜੱਜ ਆਲਰੇਡੀ ਕੰਮ ਕਰ ਰਹੇ ਨੇ ਉਹਨਾਂ ਨੂੰ ਸੀਨੀਅਰਟੀ ਦੇ ਹਿਸਾਬ ਨਾਲ ਉਹਨਾਂ ਦੀ ਪਦ ਉੱਨਤ ਕਰ ਦਿੱਤਾ ਗਿਆ, ਉਹਨਾਂ ਨੂੰ ਤਰੱਕੀ ਦੇ ਦਿੱਤੀ ਗਈ। ਲੇਕਿਨ ਜਿਹੜੀਆਂ ਨਵੀਆਂ ਵੀ ਨਿਯੁਕਤੀਆਂ ਹੋਣਗੀਆਂ ਉਹਦੇ ਵਿੱਚ ਵੀ ਇਹ ਗੱਲ ਸਾਨੂੰ ਮੰਨ ਕੇ ਚੱਲਣੀ ਪਊ ਵੀ ਲਾਅ ਦੇ ਵਿੱਚ ਅਸੀਂ ਪੰਜਾਬ ਦੇ ਵਿੱਚ ਕਿੰਨੇ ਕਾਲਜ ਨੇ ਲਾਅ ਦੇ। ਜੇ ਹੁਣ ਕੋਈ ਬੱਚਾ ਰਾਜਸਥਾਨ ਜਾ ਕੇ ਲਾਅ ਕਰਕੇ ਆਉਂਦਾ ਜਾਂ ਦੂਜੀ ਸਟੇਟ ਵਿੱਚ ਜਾਂਦਾ, ਪੰਜਾਬ ਦੇ ਵਿੱਚ ਅੱਜ ਅਸੀਂ ਦੇਖਦੇ ਹਾਂ ਵੀ ਅਸੀਂ ਜਿਹੜੀਆਂ ਸਾਡੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੇ ਕੀ ਕੋਈ ਇੱਦਾਂ ਦਾ ਕਾਲਜ ਬਣਾਇਆ ਜਿਹਦੇ ਵਿੱਚ ਕੇਵਲ ਲਾਅ ਦੀ ਪੜ੍ਹਾਈ ਹੋਵੇ। ਲਾਅ ਦੀ ਪੜ੍ਹਾਈ ਤੋਂ ਬਾਅਦ ਹੀ ਤੁਸੀਂ LLB ਕਰਨ ਤੋਂ ਬਾਅਦ ਤੁਸੀਂ ਉਸ ਖੇਤਰ ਵਿੱਚ ਜਾਓਗੇ, ਤਦ ਹੀ ਤੁਸੀਂ ਨਿਯੁਕਤ ਹੋਵੋਗੇ। ਤਾਂ ਜੋ ਵੇਲਾ ਬੀਤ ਗਿਆ ਉਹਦੀ ਥਾਂ ਤੇ ਸਾਨੂੰ ਅੱਜ ਤੋਂ ਸੁਹਿਰਦ ਯਤਨ ਕਰਨੇ ਚਾਹੀਦੇ ਨੇ, ਸ਼੍ਰੋਮਣੀ ਅਕਾਲੀ ਦਲ ਨੂੰ ਵੀ ਜਾਂ ਜਿਹੜੀ ਵੀ ਸੱਤਾਧਾਰੀ ਪਾਰਟੀ ਆ, ਹਰ ਇੱਕ ਨੂੰ, ਕਿ ਅਸੀਂ ਇੰਨੀ ਵਧੀਆ ਤਰੀਕੇ ਨਾਲ ਬੱਚਿਆਂ ਨੂੰ, ਮੈਂ ਤਾਂ ਇਸ ਗੱਲ ਦਾ ਹਾਮੀ ਆ ਬਈ ਉਹਨਾਂ ਨੂੰ +2 ਦੇ ਲੈਵਲ ਤੇ ਹੀ ਬੱਚਿਆਂ ਨੂੰ ਕੈਟਾਗਰੀ ਦੇ ਤੌਰ ਤੇ ਵੰਡ ਦਿੱਤਾ ਜਾਵੇ ਵੀ ਤੂੰ ਬੇਟਾ ਕਾਨੂੰਨ ਵੱਲ ਨੂੰ ਚੱਲ, ਤੂੰ ਐਡਮਿਨਿਸਟ੍ਰੇਸ਼ਨ ਵੱਲ ਨੂੰ ਚੱਲ, ਤੂੰ ਜਿਹੜੀ ਸਮਾਜਿਕ ਜਿਹੜਾ ਵਰਤਾਰਾ ਜਾਂ ਤੂੰ ਖੇਡਾਂ ਵੱਲ ਤੇਰਾ ਜ਼ਿਆਦਾ ਧਿਆਨ ਆ। ਉਹਨਾਂ ਦਾ ਵਰਗੀਕਰਨ ਜਿੰਨਾ ਕੁ ਮੈਂ ਸਮਝਦਾ ਵੀ ਵਿਦੇਸ਼ਾਂ ਵਿੱਚ ਜਿਹੜੇ ਟੀਚਰ ਨੇ ਉਹ ਮਨੋਵਿਗਿਆਨਕ ਤੌਰ ਤੇ ਬੱਚੇ ਨੂੰ ਸਮਝ ਲੈਂਦੇ ਨੇ ਤੇ ਉਹ ਮਾਪਿਆਂ ਨੂੰ ਗਾਈਡ ਕਰਦੇ ਨੇ ਵੀ ਤੁਹਾਡੇ ਬੱਚੇ ਦਾ ਧਿਆਨ ਇੱਧਰ ਆ ਤੇ ਬੱਚੇ ਨੂੰ ਇੱਧਰ ਤੋਰਨਾ ਚਾਹੀਦਾ। ਇਸ ਕਰਕੇ ਮੈਂ ਤਾਂ ਇਹੀ ਸੁਝਾਅ ਦੇਣਾ ਚਾਹੂੰਗਾ ਵੀ ਜਦੋਂ ਵੀ ਸਾਡੇ ਕੋਲ ਸੱਤਾ ਆਉਂਦੀ ਆ, ਸੱਤਾ ਤੋਂ ਬਾਹਰ ਨਿਕਲ ਕੇ ਫੇਰ ਨਾ ਦੇਖੋ ਵੀ ਸਾਨੂੰ ਆਹ ਨਹੀਂ ਹੋਇਆ, ਆਹ ਨਹੀਂ ਹੋਇਆ, ਆਹ ਬੇਨਾ ਲਓ। ਜਦੋਂ ਸੱਤਾ ਵਿੱਚੋਂ ਉਦੋਂ ਤੁਸੀਂ ਕੀ ਕਰਦੇ ਹੋ, ਇਸ ਗੱਲ ਵੱਲ ਤਵੱਜੋ ਦਿਓ। ਤੁਸੀਂ ਲੰਮਾ ਸਮਾਂ ਵਿਦੇਸ਼ਾਂ ਦੇ ਵਿੱਚ ਰਹੇ ਹੋ, ਕਿ ਵਿਦੇਸ਼ਾਂ ਦੇ ਵਿੱਚ ਤੁਹਾਨੂੰ ਇਦਾਂ ਦੀ ਚਿੰਤਾ ਨਜ਼ਰ ਨਹੀਂ ਆਈ, ਜਾਂ ਕਿਸੇ ਕੋਈ ਸਿੱਖ ਕੋਈ ਜਾਂ ਪੰਜਾਬੀ ਜਿਹੜਾ ਵੱਡੇ ਉੱਥੇ ਰਹਿੰਦਾ ਹੈ ਲੰਬੇ ਸਮੇਂ ਤੋਂ, ਉਹ ਨਹੀਂ ਕਦੇ ਇਸ ਪਾਸੇ ਯਤਨਸ਼ੀਲ ਹੁੰਦਾ ਨਜ਼ਰ ਆਇਆ ਕਿ ਪੰਜਾਬ ਦੀ ਧਰਤੀ ਤੋਂ ਇਦਾਂ ਦੇ ਬੱਚਿਆਂ ਨੂੰ ਕੋਈ ਸਪੈਸ਼ਲ ਤੋਰਿਆ ਜਾ ਸਕੇ ਇਸ ਪਾਸੇ ਨੂੰ ਯਤਨ ਕਰਕੇ? ਆਵਾਜ਼ ਦੇ ਖਲਕ ਦੇਖਣ ਵਾਲਿਆਂ ਨਾਲ ਮੈਂ ਗੱਲ ਸਾਂਝੀ ਕਰਦਿਆਂ ਇੱਕ ਅਜੀਬ ਤਰ੍ਹਾਂ ਦੀ ਪੀੜ ਵੀ ਮਹਿਸੂਸ ਕਰਦਾ ਵੀ ਸਾਨੂੰ ਉੱਥੇ ਬਾਹਰ ਬੈਠੇ ਜਿੰਨੇ ਵੀ ਲੋਕ ਆ, ਮੈਂ ਵੀ ਉਹਨਾਂ 'ਚ ਸ਼ਾਮਲ ਹਾਂ ਜਾਂ ਮੈਂ ਬਹੁਤਾ ਇੱਥੇ ਰਹਿਣਾ, ਸਾਨੂੰ ਦਰਦ ਹੈਗਾ, ਇਹਦੇ 'ਚ ਕੋਈ ਦੋ ਰਾਵਾਂ ਨਹੀਂ। ਉੱਥੇ ਬੈਠਿਆਂ ਨੂੰ ਸਾਨੂੰ ਸੁਪਨੇ ਪੰਜਾਬ ਦੇ ਆਉਂਦੇ ਨੇ, ਅਸੀਂ ਵਧੀਆ ਪੰਜਾਬ ਬਣਿਆ ਦੇਖਣਾ ਚਾਹੁੰਦੇ ਹਾਂ, ਅਸੀਂ ਪੰਜਾਬ ਦੇ ਬੱਚਿਆਂ ਦਾ ਭਵਿੱਖ ਵਧੀਆ ਦੇਖਣਾ ਚਾਹੁੰਦੇ ਹਾਂ। ਪਰ ਜਦੋਂ ਅਸੀਂ ਯਤਨ ਕਰਨ ਵੱਲ ਨੂੰ ਚੱਲਦੇ ਹਾਂ, ਫਿਰ ਅਸੀਂ ਯਤਨ ਕਰਨ ਦੇ ਜਿਹੜੇ ਤਰੀਕੇ ਨੇ, ਤੌਰ ਤਰੀਕੇ, ਉੱਥੇ ਆ ਕੇ ਅਸੀਂ ਗੱਲਾਂ ਦਾ ਕੜਾਹ ਕਰਕੇ ਜ਼ਿਆਦਾ ਖੁਸ਼ ਹੁੰਦੇ ਹਾਂ ਵੀ ਗੱਲਾਂ ਆਹ ਕਰਨਾ, ਆਹ ਹੋਣਾ ਚਾਹੀਦਾ, ਆਹ ਹੋਣਾ ਚਾਹੀਦਾ। ਸੁਝਾਅ ਸਾਡੇ ਕੋਲ ਬਹੁਤ ਨੇ, ਲੇਕਿਨ ਉਹਨੂੰ ਅਮਲੀ ਜਾਮਾ ਪਹਿਨਾਉਣ ਵਾਸਤੇ ਅਸੀਂ ਕੋਈ ਪਲੈਨਿੰਗ ਨਹੀਂ ਕਰਦੇ, ਵਿਉਂਤਬੰਦੀ ਨਹੀਂ ਕਰਦੇ। ਜੇ ਕੋਈ ਵੀ ਪਿੰਡ ਲੈਵਲ ਦੇ ਉੱਤੇ, ਪਰ ਜੇ ਉਹ ਕਰਨਗੇ ਵੀ ਮੁੜ ਕੇ ਇਹੀ ਆਪਣੇ ਕੋਲ ਮੁਸ਼ਕਲ ਆਉਣੀ ਆ ਵੀ ਜਿਹੜੀਆਂ ਇੱਥੇ ਸਰਕਾਰਾਂ ਦੀ ਪਾਲਿਸੀ ਆ ਉਹਦੇ ਅੱਗੇ ਅਸੀਂ ਬੇਵੱਸ ਹੋ ਜਾਂਦੇ ਹਾਂ। ਉਹ ਤਾਂ ਕਰ ਦੇਣਗੇ, ਲੇਕਿਨ ਇੱਥੇ ਜਿਹੜੀ ਸਰਕਾਰ ਦੀ ਪਾਲਿਸੀ ਆ, ਵਿਦਿਅਕ ਪਾਲਿਸੀ ਆ, ਉਹ ਵਿਦਿਅਕ ਪਾਲਿਸੀ ਤੋਂ ਬਾਹਰ ਤਾਂ ਤੁਸੀਂ ਜਾ ਨਹੀਂ ਸਕਦੇ। ਕਿਉਂਕਿ ਜਿਹੜਾ ਵੀ ਅਸੀਂ ਕਾਨੂੰਨ ਬਣਾਵਾਂਗੇ ਇੱਥੇ, ਕਾਨੂੰਨ ਤਾਂ ਸਾਨੂੰ ਹਿੰਦੁਸਤਾਨ ਦੇ ਸੰਵਿਧਾਨ ਮੁਤਾਬਕ ਹੀ ਉਹਨਾਂ ਦੀਆਂ ਅਪੁਆਇੰਟਮੈਂਟਾਂ ਕਰਨੀਆਂ ਪੈਣੀਆਂ ਨੇ। ਇਹ ਥਾਂ ਥਾਂ ਤੇ ਜਿਹੜੇ ਸਿੱਖਾਂ ਦੇ ਵਿਦਿਅਕ ਅਦਾਰੇ ਨੇ ਉੱਥੇ ਗੱਲ ਚੱਲਦੀ ਹੈ ਵੀ ਉੱਥੇ ਸਿੱਖ ਹੀ ਆ ਜਿਹੜਾ ਉਹ ਪ੍ਰੋਫੈਸਰ ਹੋਣਾ ਚਾਹੀਦਾ, ਲੇਕਿਨ ਕਾਨੂੰਨ ਆ ਜਿਹੜਾ ਹਿੰਦੁਸਤਾਨ ਦਾ ਉਹ ਇਸ ਨੂੰ ਆਗਿਆ ਨਹੀਂ ਨਾ ਦਿੰਦਾ। ਇਸ ਕਰਕੇ ਸਾਨੂੰ ਵਿਚਾਰਨਾ ਪਊਗਾ ਵੀ ਅਸੀਂ ਕਿਸ ਤਰੀਕੇ ਨਾਲ ਬੱਚਿਆਂ ਨੂੰ, ਛੋਟਿਆਂ ਨੂੰ ਗਾਈਡ ਕਰਕੇ ਇੱਧਰ ਨੂੰ ਤੋਰੀਏ ਤੇ ਉਹਨਾਂ ਨੂੰ ਉੱਦਾਂ ਦੇ ਹਾਲਾਤ ਸਿਰਜ ਕੇ ਦੇਈਏ, ਬੱਚਿਆਂ ਦੀ ਪਛਾਣ ਕਰਕੇ ਵੀ ਇਹ ਬੱਚਾ ਕਾਮਯਾਬ ਹੋਊਗਾ ਤੇ ਇਹਨੂੰ ਅਸੀਂ ਇਸ ਖੇਤਰ ਵੱਲ ਨੂੰ ਤੋਰਨਾ। ਪਿੰਡ ਦੀਆਂ ਇਕਾਈਆਂ ਮੰਨ ਕੇ, ਜਿਹੜੀਆਂ ਸਪੋਰਟਸ ਕਲੱਬਾਂ ਨੇ ਉਹ ਇਕਾਈਆਂ ਮੰਨ ਕੇ, ਤੇ ਤਾਂ ਸਾਨੂੰ ਸਮਾਜਿਕ ਜਿੰਨੀਆਂ ਵੀ ਜਥੇਬੰਦੀਆਂ ਨੇ ਜਾਂ ਸਮਾਜਿਕ ਜਿੰਨੀਆਂ ਸੰਸਥਾਵਾਂ ਬਣਾਈਆਂ ਨੇ, ਸਾਰੀਆਂ ਆਪਣੇ ਜ਼ਿੰਮੇਵਾਰੀ ਨੂੰ ਸਮਝ ਕੇ ਇਸ ਪਾਸੇ ਤੁਰਨ, ਜ਼ਰੂਰ ਸਾਰਥਕ ਸਿੱਟੇ ਨੇ। ਗਿਆਨੀ ਜੀ, ਤੁਹਾਡੀ ਜਿਹੜੀ ਤੁਸੀਂ ਪੀੜਾ ਪੰਜਾਬ ਦੀ, ਉੱਥੇ ਬੈਠੇ ਸੱਜਣ ਨੇ ਜਿਹੜੇ ਬਾਹਰਲੀਆਂ ਧਰਤੀਆਂ ਤੇ ਜਿੱਥੇ ਜਿੱਥੇ ਵੀ ਬੈਠੇ ਨੇ, ਜਿਹੜੀ ਤੁਸੀਂ ਗੱਲ ਕਰਦੇ ਹੋ, ਮੇਰੇ ਜ਼ਿਹਨ ਦੇ ਵਿੱਚ, ਮੇਰੇ ਮਨ ਦੇ ਵਿੱਚ ਜਿਹੜੀ ਮੇਰੀ ਪੀੜਾ ਉਹ ਬਾਹਰ ਆ ਰਹੀ ਹੈ। ਮੈਂ ਹੁਣੇ ਸੁਣਿਆ 2-3 ਦਿਨ ਪਹਿਲਾਂ ਕਿ ਲੱਖਾਂ ਦੀ ਗਿਣਤੀ ਵਿੱਚ ਫਾਈਲ ਆ ਜਿਹੜੀ ਇੱਧਰੋਂ ਬੱਚੇ ਅਪਲਾਈ ਕੀਤਾ ਜਿਨ੍ਹਾਂ ਨੇ ਬਾਹਰ ਜਾਣ ਵਾਸਤੇ, ਲੱਖਾਂ ਦੀ ਗਿਣਤੀ ਵਿੱਚ ਉਹ ਫਾਈਲ ਆ, ਉਹ ਮਤਲਬ ਗਿਣਤੀ ਉਹਦੀ ਲੱਖਾਂ 'ਚ ਆ। ਮੈਂ ਸੋਚਦਾ ਸੀ ਕਿ
ਜਿੱਥੇ ਇੱਕ ਪਾਸੇ ਹਰ ਬੱਚੇ ਦਾ ਕਰੀਬ 20 ਲੱਖ ਰੁਪਇਆ ਵਿਦੇਸ਼ ਜਾ ਰਿਹਾ ਹੈ। ਪੰਜਾਬ ਦੀ ਧਰਤੀ ਆਰਥਿਕ ਤੌਰ ਤੇ ਟੁੱਟ ਰਹੀ ਹੈ, ਡਾਵਾਂਡੋਲ ਹੋ ਰਹੀ ਹੈ। ਇਹ ਗੱਲ ਕੁਦਰਤੀ ਹੈ ਕਿ ਪੈਸਾ ਜਦੋਂ ਸਾਡੀ ਧਰਤੀ ਦਾ ਬਾਹਰ ਜਾਂਦਾ ਹੈ ਤੇ ਧਰਤੀ ਦੀ ਆਰਥਿਕਤਾ ਜਿਹੜੀ ਇਕਨੋਮਿਕ ਪੱਖ ਤੋਂ ਉਹ ਡਾਵਾਂਡੋਲ ਹੋਣੀ ਕੁਦਰਤੀ ਹੈ। ਕੋਈ ਖੂਹ ਪੱਟਦਾ ਮਾਪਾ, ਕੋਈ ਖੂਹ ਪੱਟਦਾ, ਕੋਈ ਜ਼ਮੀਨ ਵੇਚਦਾ, ਜਾਇਦਾਦ ਵੇਚਦਾ, ਘਰ ਵੇਚਦਾ। ਇੱਧਰੋਂ ਪੰਜਾਬ ਚੋਂ ਬੱਚੇ ਨੇ ਜਿਹੜੇ ਉਹ ਬਾਹਰ ਜਾ ਰਹੇ ਨੇ, ਵਿਦੇਸ਼ਾਂ ਦੀ ਇੱਛਾ ਰੱਖਦੇ ਨੇ ਜਾਣ ਦੀ, ਅਚਾਨਕ ਫਾਈਲਾਂ ਰੱਦ ਹੋ ਜਾਂਦੀਆਂ ਨੇ। ਤੁਸੀਂ ਇਹ ਸਾਰੇ ਰੁਝਾਨ ਨੂੰ, ਕਿਉਂਕਿ ਪੰਜਾਬ ਖਾਲੀ ਹੋ ਰਿਹਾ, ਇੱਕ ਸੱਜਣ ਮੈਨੂੰ ਪਿਛਲੇ ਦਿਨੀ ਦੱਸ ਰਿਹਾ ਸੀ, ਬੜੀ ਪੀੜਾ, ਉਸਨੇ ਮੈਨੂੰ ਬੜਾ ਦੁੱਖ ਦਿੱਤਾ ਕਿ ਪੰਜਾਬ ਦੇ ਪਿੰਡਾਂ ਵਿੱਚ ਵੇਖਿਓ ਜਰਾ ਨਿਗਾਹ ਮਾਰ ਕੇ ਕਿ ਕਦੇ ਤੁਹਾਨੂੰ ਬਰਾਤਾਂ ਚੜ੍ਹਦੀਆਂ ਨਜ਼ਰ ਆਉਂਦੀਆਂ ਨੇ। ਮੈਂ ਨਿਗਾਹ ਮਾਰੀ, ਮੈਂ ਸੋਚਿਆ ਨਹੀਂ, ਉਹ ਰੌਣਕਾਂ ਜਿਹੜੀਆਂ ਹਰ ਹਫ਼ਤੇ 10-20 ਦਿਨਾਂ ਬਾਅਦ, ਮਹੀਨੇ ਬਾਅਦ ਕਿਤੇ ਨਾ ਕਿਤੇ ਹਰ ਪਿੰਡ ਵਿੱਚ ਢੋਲ ਵੱਜਦਾ, ਬਰਾਤ ਨਜ਼ਰ ਆਉਂਦੀ ਸੀ, ਉਹ ਕਿਤੇ ਨਜ਼ਰ ਨਹੀਂ ਆਉਂਦੀ। ਆਖਰ ਕੀ ਹੈ ਜੀ ਇਹ ਸਾਰਾ ਸਿਸਟਮ? ਕਿਉਂ ਹਰ ਮਾਪਾ ਚਿੰਤਤ ਹੈ ਬਾਹਰ ਜਾਣ ਵਾਸਤੇ, ਆਪਣੇ ਬੱਚੇ ਨੂੰ ਬਾਹਰ ਲਿਜਾਣ ਵਾਸਤੇ? ਸਰ ਕੁਲਦੀਪ ਸਿੰਘ ਪਰਮਾਲੀਪੁਰ, ਜਦੋਂ ਅਸੀਂ ਸਵਾਲ ਤੁਹਾਡਾ ਇਹ ਆ ਵੀ ਜਿਹੜੀਆਂ ਫਾਈਲਾਂ ਲਾਈਆਂ ਜਾਂਦੀਆਂ ਨੇ ਉਹਦੇ ਵਿੱਚ ਬਹੁਤ ਸਾਰੀਆਂ ਰਿਜੈਕਟ ਹੋ ਜਾਂਦੀਆਂ ਨੇ। ਜਿਵੇਂ ਪਿਛਲੇ ਦਿਨੀ ਆ ਬੜੀ ਚਰਚਾ ਚੱਲੀ ਆ ਵੀ ਲਗਾਤਾਰ ਕੈਨੇਡਾ ਦੀ ਐਮਬੈਸੀ ਵੱਲੋਂ ਰਿਫਿਊਜ਼ਲ ਕੇਸ ਨੇ ਜਿਹਨਾਂ ਨੂੰ ਵੀਜ਼ੇ ਤੋਂ ਇਨਕਾਰ ਕਰ ਦਿੱਤਾ ਗਿਆ, ਉਹ ਸਾਡੇ ਸਾਹਮਣੇ ਆਏ ਕੇਸ। ਇੱਦਾਂ ਦੀ ਗੱਲ ਚੱਲੀ ਵੀ ਪਰਸੈਂਟੇਜ ਉਹਨਾਂ ਦੀ ਇੱਕਦਮ ਵਧਾ ਦਿੱਤੀ ਗਈ। ਇਹ ਆਪਣੀ ਤਰ੍ਹਾਂ ਦਾ ਸਵਾਲ ਆ ਤੇ ਇਹਨੂੰ ਜਦੋਂ ਸਵਾਲ ਨੂੰ ਅਸੀਂ ਆਪਣੀ ਡਿਸਕਸ਼ਨ ਵਿੱਚ ਲੈ ਕੇ ਆਵਾਂਗੇ, ਇਹ ਲੰਬਾ ਐਪੀਸੋਡ, ਇਹਦੇ ਤੇ 1 ਘੰਟਾ ਵੈਸੇ ਤੇ ਜਿੰਨਾ ਚਿਰ ਮਰਜ਼ੀ ਇਹਦੇ ਤੇ ਡਿਸਕਸ਼ਨ ਕਰੋ, ਇਹਦੇ ਬਹੁਤ ਸਾਰੇ ਪਹਿਲੂ ਨੇ। ਜਦੋਂ ਇੱਕ ਪਹਿਲੂ ਨੂੰ ਅਸੀਂ ਦੇਖਾਂਗੇ, ਹੁਣ ਜਿੱਥੋਂ ਆਪਾਂ ਅੱਜ ਦਾ ਦਿਨ ਆਪਾਂ ਇਹਨੂੰ ਰਿਫਿਊਜ਼ਲ ਦੇ ਉੱਤੇ ਕੇਂਦਰਿਤ ਕਰ ਲਈਏ, ਕਿਉਂਕਿ ਮਾਪੇ ਦਾ ਦਿਲ ਟੁੱਟਦਾ। ਪਹਿਲੀ ਗੱਲ ਜਿਹੜੀ ਲੋਕਾਂ ਕੋਲ ਅਸੀਂ ਆਪਣੀਆਂ ਫਾਈਲਾਂ ਲਵਾਉਂਦੇ ਹਾਂ, ਸਾਡੇ ਪੰਜਾਬ ਦਾ ਇਹ ਦੁਖਾਂਤ ਮੈਂ ਮੰਨੂਗਾ ਵੀ ਇੱਥੇ ਆਪਣੇ ਕੰਮ ਨੂੰ ਦਿਆਨਤਦਾਰੀ ਨਾਲ ਬਹੁਤ ਘੱਟ ਕੀਤਾ ਜਾਂਦਾ। ਉਸ ਕੰਮ ਵਿੱਚੋਂ ਇਹ ਗੱਲ ਨੂੰ ਨੋਟ ਕੀਤਾ ਜਾਂਦਾ ਵੀ ਮੈਨੂੰ ਮੁਨਾਫਾ ਮਿਲ ਜਾਵੇ, ਜਿਹਨੂੰ ਮੈਂ ਚੀਜ਼ ਦੇਣੀ ਆ ਉਹਨੂੰ, ਜਿਹਨੇ ਬੰਦੇ ਨੇ ਪੈਸੇ ਖਰਚਣੇ ਨੇ ਉਹਨੂੰ ਕੀ ਉਹਨੇ ਪੈਸਿਆਂ ਦੇ ਮੁੱਲ ਦਾ ਮਾਲ ਮਿਲਿਆ ਕਿ ਨਹੀਂ ਮਿਲਿਆ। ਹੁਣ ਜਿੰਨੇ ਵੀ ਤੁਸੀਂ ਇਮੀਗ੍ਰੇਸ਼ਨ ਵਾਲੇ ਤੁਹਾਨੂੰ ਥਾਂ ਤੇ ਮਿਲਦੇ ਨੇ, ਠੀਕ ਆ, ਉਹ ਕੰਮ ਕਰਦੇ ਨੇ, ਚੰਗਾ ਕਰਦੇ ਨੇ, ਵਧੀਆ, ਉਹਨਾਂ ਨੂੰ ਸ਼ਾਬਾਸ਼ ਦੇਣੀ ਬਣਦੀ ਆ। ਲੇਕਿਨ ਜਦੋਂ ਤੁਸੀਂ ਦੇਖਦੇ ਹੋ ਵੀ ਪੇਪਰਾਂ ਦੇ ਵਿੱਚ ਇਸ ਬੱਚੇ ਦੇ ਨੰਬਰ ਨਹੀਂ ਉਨੇ ਜਿੰਨੇ ਨੰਬਰ ਆਉਣੇ ਚਾਹੀਦੇ ਨੇ, ਲੇਕਿਨ ਤੁਸੀਂ ਆਪਣੇ ਅਖਬਾਰਾਂ ਪੜ੍ਹੋ ਜਾਂ ਐਡਾਂ ਪੜ੍ਹੋ, ਤੇ ਲਿਖਿਆ ਵੀ ਜਿਹਨਾਂ ਦੇ 5.5 ਬੈਂਡ ਨੇ ਜੀ ਅਸੀਂ ਉਹਨਾਂ ਨੂੰ ਵੀਜ਼ਾ ਲਗਾਉਂਦੇ ਹਾਂ, ਜਿਹਨਾਂ ਦੇ 5 ਬੈਂਡ ਨੇ, ਜਿਹਨਾਂ ਨੂੰ 2 ਵਾਰ ਰਿਫਿਊਜ਼ਲ ਹੋ ਗਿਆ। ਡੁੱਬਦੇ ਨੂੰ ਤਿੜਕੇ ਦਾ ਸਹਾਰਾ ਜਿਸ ਬੰਦੇ ਨੂੰ ਇੱਕ ਕਾਰਨ ਜਵਾਬ ਹੋ ਗਿਆ, ਉਹ ਸੋਚਦਾ ਵੀ ਸ਼ਾਇਦ ਮੇਰੇ ਪੇਪਰ ਭਰਨ ਵਿੱਚ ਕੋਈ ਨੁਕਸ ਰਹਿ ਗਿਆ, ਉਹ ਦੂਜੇ ਬੰਦੇ ਕੋਲ ਚਲਾ ਜਾਂਦਾ, ਫਿਰ ਉਹਦੇ ਨਾਲ ਦੂਜੀ ਵਾਰੀ ਰਿਫਿਊਜ਼ਲ ਲੱਗਦੀ ਆ ਉਹਨੂੰ। ਵਿਚਾਰ ਦੀ ਗੱਲ ਇਹ ਆ ਵੀ ਪਹਿਲੀ ਗੱਲ ਜਿਹੜੇ ਬੰਦੇ ਇਹ ਕਾਰਜ ਕਰਦੇ ਨੇ ਉਹਨਾਂ ਨੂੰ ਇਸ ਗੱਲ ਨੂੰ ਧਿਆਨ ਦੇ ਕੇ ਗੱਲ ਕਰਨੀ ਚਾਹੀਦੀ ਹੈ ਵੀ ਜਿਹੜੇ ਜੈਨੂਇਨ ਕੇਸ ਨੇ ਉਹਨਾਂ ਨੂੰ ਹੀ ਅਪਲਾਈ ਕਰਨ ਦੀ ਹਾਮੀ ਭਰੀ ਜਾਵੇ। ਉਹਦੇ 'ਚ ਉਹਨਾਂ ਦਾ ਨੁਕਸਾਨ ਜ਼ਰੂਰ ਹੋ ਜੂ, ਜਿਹੜਾ ਉਹਨਾਂ ਨੂੰ 20-50 ਹਜ਼ਾਰ ਰੁਪਈਆ ਪਰ ਹੈਡ ਬਚਣਾ, ਕਿਉਂਕਿ ਇਹ ਕੇਵਲ ਜਿਹੜਾ ਵਪਾਰਕ ਨਜ਼ਰੀਆ ਵੀ ਜਦੋਂ ਉਹ ਵੀਜ਼ਾ ਅਪਲਾਈ ਕਰ ਦਿੰਦੇ ਨੇ, ਇਨ ਬਿਟਵੀਨ ਜੇ ਵੀਜ਼ਾ ਲੱਗ ਜਾਂਦਾ ਤੇ ਫਿਰ ਉਹ ਟਿਕਟ ਵੀ ਉਹ ਕਹਿੰਦੇ ਵੀ ਅਸੀਂ ਤੈਨੂੰ ਲੈ ਕੇ ਦੇਵਾਂਗੇ। ਫਿਰ ਟਿਕਟ ਵਿੱਚ ਉਹਨਾਂ ਨੇ ਮੁਨਾਫਾ ਕਮਾਉਣਾ। ਠੀਕ ਆ, ਮੁਨਾਫਾ ਕਮਾਉਣਾ ਉਹਨਾਂ ਦਾ ਮੁਨਾਫਾ ਕਮਾਉਣਾ ਉਹ ਆਪਣੇ ਤਰੀਕੇ ਨਾਲ ਉਹਨਾਂ ਦੇ ਕਿੱਤੇ ਦੀ ਮੰਗ ਆ, ਕਿਉਂਕਿ ਜੇ ਮੁਨਾਫਾ ਨਹੀਂ ਹੋਊਗਾ ਤੇ ਕੰਮ ਨਹੀਂ ਕੀਤਾ ਜਾ ਸਕਦਾ। ਪਰ ਕਿੱਤੇ ਦੇ ਵਿੱਚ ਦਿਆਨਤਦਾਰੀ ਬੇਹੱਦ ਜ਼ਰੂਰੀ ਹੈ। ਜਿੰਨਾ ਚਿਰ ਕਿੱਤੇ ਦੀ ਦਿਆਨਤਦਾਰੀ ਨਹੀਂ, ਤੇ ਦੂਜੀ ਗੱਲ ਇਹਦੇ ਨਾਲ ਜਦ ਆਪਾਂ ਜੋੜ ਕੇ ਦੇਖਦੇ ਆ ਤੇ ਉਹ ਆ ਵੀ ਬੱਚੇ ਕਈ ਵਾਰੀ ਉਹਨੇ ਯੋਗ ਨਹੀਂ ਹੁੰਦੇ ਜਿੰਨਾ ਉਹ ਮਾਪਿਆਂ ਦੇ ਉੱਤੇ ਪ੍ਰੈਸ਼ਰ ਪਾ ਦਿੰਦੇ। ਮਾਪੇ ਨੇ ਜਿਹੜੇ ਉਹ ਬੱਚਿਆਂ ਪ੍ਰਤੀ ਹਮੇਸ਼ਾ ਭਾਵੁਕ ਰਹਿੰਦੇ ਨੇ, ਉਹ ਕਹਿੰਦੇ ਨੇ ਵੀ ਕੋਈ ਗੱਲ ਨਹੀਂ, ਹੋ ਜੂ, ਦੇਖ ਲੈਣਾ, ਕਿਸਮਤ ਦੀ ਗੱਲ ਆ। ਇਸ ਤਰੀਕੇ ਦੇ ਨਾਲ ਅਸੀਂ ਜਿਹੜੀਆਂ ਸਾਡੀਆਂ ਕਮਜ਼ੋਰੀਆਂ ਹੁੰਦੇ ਨੇ, ਕਈ ਵਾਰੀ ਅਸੀਂ ਐਮਬੈਸੀ ਦੇ ਜ਼ਿੰਮੇ ਲਾ ਦਿੰਦੇ ਆ। ਕਮਜ਼ੋਰੀ ਕਈ ਵਾਰੀ ਉਹਦੇ 'ਚ ਸਾਡੀ ਹੁੰਦੀ ਆ ਜਾਂ ਸਾਡੇ ਬੱਚੇ ਦੀ ਹੁੰਦੀ ਆ, ਤਾਂ ਆਪਾਂ ਇਹਨੂੰ ਅੱਗੇ ਜਦੋਂ ਗੱਲ ਨੂੰ ਤੋਰਾਂਗੇ ਸਾਡੀਆਂ ਕਮਜ਼ੋਰੀਆਂ ਹੋਰ ਇਹਦੇ ਵਿੱਚੋਂ ਸਪਸ਼ਟ ਹੋਣਗੀਆਂ। ਗੱਲ ਭਗਵੰਤੀ ਸਾਹਿਬ ਰਿਫਿਊਜ਼ਲ ਕੇਸਾਂ ਦੀ ਆਪਣੀ ਹੋ ਰਹੀ ਸੀ। ਮੈਂ ਤੁਹਾਡੀ ਗੱਲ ਸੁਣ ਕੇ ਮੈਨੂੰ ਵੀ ਲੱਗਾ ਵੀ ਕਿਤੇ ਨਾ ਕਿਤੇ ਫਾਲਟ ਚਲੋ ਰਹਿ ਜਾਂਦਾ, ਪਰ ਇਹਦੇ ਵਿੱਚ ਮੈਂ ਸਮਝਦਾ ਮਾਪਿਆਂ ਦੇ ਜਜ਼ਬਾਤ ਵੀ ਹੁੰਦੇ ਨੇ ਤੇ ਅਰਦਾਸਾਂ ਵੀ, ਦੁਆਵਾਂ ਵੀ, ਬੜਾ ਕੁਝ ਯਤਨ ਕੀਤੇ ਜਾਂਦੇ ਨੇ। ਪਰ ਉਹ ਬੱਚੇ ਜਿਹੜੇ ਇਸ ਵੇਲੇ ਲੱਖਾਂ ਦੀ ਗਿਣਤੀ ਵਿੱਚ ਮੈਂ ਸੁਣਦਾ ਵੀ ਰਿਫਿਊਜ਼ਲ ਕੇਸਾਂ ਦਾ ਸਾਹਮਣਾ ਕਰ ਰਹੇ ਨੇ, ਕਈਆਂ ਦੇ ਪੈਂਡਿੰਗ ਕੇਸ ਨੇ, ਬਹੁਤ ਸਾਰਿਆਂ ਦੇ। ਤੇ ਐਸੇ ਹਾਲਾਤਾਂ ਵਿੱਚ ਕੀ ਕਰਨਾ ਚਾਹੀਦਾ ਸਾਨੂੰ? ਤੁਹਾਨੂੰ ਕੀ ਲੱਗਦਾ ਵੀ ਕਿੱਥੇ ਖੜਦੇ ਹਾਂ ਅਸੀਂ ਪੰਜਾਬ ਵਾਲੇ? ਕਿਉਂਕਿ ਮਾਪੇ ਵੀ ਤੇ ਬੱਚੇ ਵੀ, ਕੋਈ ਬੱਚੇ ਬਹੁਤਿਆਂ ਨੇ ਅੱਗੇ ਐਡਮਿਸ਼ਨ ਨਹੀਂ ਲਈ ਹੁੰਦੀ, ਉਹਨਾਂ ਦੀ ਪੜ੍ਹਾਈ ਰੈਗੂਲਰ ਨਹੀਂ ਰਹਿੰਦੀ, ਪੜ੍ਹਾਈ ਰੁਕ ਜਾਂਦੀ ਆ, ਤੇ ਬਹੁਤੇ ਮਾਪਿਆਂ ਦਾ ਲੋਨ ਚੱਕਿਆ ਹੁੰਦਾ, ਉਹਨਾਂ ਦੇ ਵਿਆਜ ਪੈ ਜਾਂਦਾ,
ਤੇ ਉਸ ਤੋਂ ਬਾਅਦ ਬਹੁਤਿਆਂ ਦੀ ਜ਼ਮੀਨ ਗਹਿਣੇ ਧਰੀ ਹੁੰਦੀ ਆ, ਜ਼ਮੀਨ ਜਾਣ ਦਾ ਖਤਰਾ ਸ਼ੁਰੂ ਹੋ ਜਾਂਦਾ, ਖਤਰਾ ਖੜਾ ਹੋ ਜਾਂਦਾ ਹੈ। ਤੇ ਐਸੇ ਹਾਲਾਤਾਂ ਵਿੱਚ ਮੰਝਧਾਰ ਮੈਂ ਸਮਝਦਾ ਪੰਜਾਬ ਦੇ ਮਾਪਿਆਂ ਦੀ ਤੇ ਬੱਚਿਆਂ ਦੀ, ਇਹ ਮੰਝਧਾਰ ਕਿਸੇ ਕੰਢੇ ਲੱਗਦੀ ਨਜ਼ਰ ਆਉਂਦੀ ਹੈ ਤੁਹਾਨੂੰ? ਭਗਵਤੀ ਸਾਹਿਬ ਦੱਸਿਓ ਜਰਾ। ਇਹਨੂੰ ਜਦੋਂ ਮੈਂ ਸਾਡੇ ਸਮਾਜਿਕ ਭਾਈਚਾਰੇ ਵਿੱਚੋਂ ਸਮਝਣ ਦਾ ਯਤਨ ਕੀਤਾ, ਕਿਉਂਕਿ ਮੈਂ ਵੀ ਤੁਹਾਡੇ ਵਾਂਗ ਇੱਕ ਸਮਾਜਿਕ ਸਿਸਟਮ ਵਿੱਚ ਵਿਚਰ ਕੇ ਇਹਨੂੰ ਨੇੜੇ ਤੋਂ ਸਮਝਣ ਦਾ ਯਤਨ ਕਰਦਾ। ਮੈਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਇੱਕ ਸੈਮੀਨਾਰ ਵਿੱਚ ਗਿਆ, ਕਾਫੀ ਸਾਲ ਪਹਿਲਾਂ ਦੀ ਗੱਲ ਆ। ਉੱਥੇ ਗੱਲ ਚੱਲੀ ਵੀ ਇਹ ਜਿਹੜਾ ਕਿਸਾਨ ਭਾਈਚਾਰਾ ਕਿੱਥੋਂ ਸਿੱਖਦਾ, ਸਿੱਖਿਆ ਕਿੱਥੋਂ ਲੈਂਦਾ ਹੈ, ਕਿਉਂਕਿ ਉਹ ਖੇਤੀਬਾੜੀ ਦੇ ਸੰਬੰਧ ਵਿੱਚ ਸੀ, ਕਿਉਂਕਿ ਖੇਤੀ ਸਾਡਾ ਮੇਨ ਕਿੱਤਾ ਜਿਹੜਾ ਉਹ ਸਾਡਾ ਖੇਤੀ ਆ। ਵੀ ਉੱਥੇ ਉਹ ਮੈਗਜ਼ੀਨ ਵੀ ਛਾਪਦੇ ਸੀ, ਰੇਡੀਓ ਤੇ ਪ੍ਰੋਗਰਾਮ ਵੀ ਦਿੰਦੇ ਸੀ, ਟੀਵੀ ਤੇ ਪ੍ਰੋਗਰਾਮ। ਉਹ ਗੱਲ ਚੱਲੀ ਵੀ ਕਿਸਾਨ ਸਭ ਤੋਂ ਜ਼ਿਆਦਾ ਸਿੱਖਿਆ ਕਿੱਥੋਂ ਲੈ ਰਿਹਾ। ਸਭ ਤੋਂ ਜਿਹੜੀ ਗੱਲ ਉੱਥੇ ਉੱਭਰ ਕੇ ਸਾਹਮਣੇ ਆਈ, ਕਿਸਾਨ ਉਹ ਕਹਿੰਦੇ ਵੀ ਨਾ ਇਹ ਮੈਗਜ਼ੀਨ ਤੋਂ ਪੜ੍ਹਦਾ ਬਹੁਤਾ, ਨਾ ਇਹ ਰੇਡੀਓ ਵਾਲੀਆਂ ਜਿਹੜੀਆਂ ਵਾਰਤਾਵਾਂ ਹੁੰਦੀਆਂ ਨੇ ਉਹਦੇ ਤੋਂ, ਨਾ ਟੈਲੀਵਿਜ਼ਨ ਦੇ ਪ੍ਰੋਗਰਾਮ ਤੇ, ਇਹ ਗਵਾਂਢੀ ਤੋਂ ਸਿੱਖਦਾ ਵੀ ਗਵਾਂਢੀ ਕੀ ਕਰ ਰਿਹਾ। ਜੇ ਗਵਾਂਢੀ ਨੇ ਯੂਰੀਏ ਦਾ ਥੈਲਾ ਪਾਤਾ ਤਾਂ ਭਾਵੇਂ ਤੁਹਾਡੀ ਫਸਲ ਨੂੰ ਲੋੜ ਹੈ ਜਾਂ ਨਹੀਂ, ਤਾਂ ਉਹ ਕਹਿੰਦੇ ਵੀ ਉਹ ਕਿਸਾਨ ਆ ਜਿਹੜਾ ਉਹ ਯੂਰੀਏ ਦਾ ਥੈਲਾ ਪਾਊਗਾ ਹੀ ਪਾਊਗਾ, ਕਿਉਂਕਿ ਗਵਾਂਢੀ ਨੇ ਪਾਤਾ। ਇਹ ਗੱਲ ਨੂੰ ਜਦੋਂ ਅਸੀਂ ਬੱਚਿਆਂ ਦੇ ਟਿਕਾ ਕੇ ਦੇਖਦੇ ਹਾਂ, ਇੱਥੇ ਵੀ ਗੱਲ ਹੋ ਗਈ। ਜਦੋਂ ਤੁਹਾਡਾ ਇੱਕ ਗਵਾਂਢੀਆਂ ਦਾ ਬੱਚਾ ਚਲਿਆ ਗਿਆ, ਉਹ ਬੱਚੇ ਦੇ, ਹਰ ਇੱਕ ਬੱਚੇ ਦੇ ਆਪਣੇ ਹਾਲਾਤ ਨੇ, ਤੇ ਸਾਡੇ ਅੰਦਰ ਇੱਕ ਹੋੜ ਹੋ ਗਈ। ਉਹਦਾ ਕਾਰਨ ਇਹੀ ਆ ਵੀ ਇੱਥੇ ਸਾਨੂੰ ਦਿਖਦਾ ਕੁਛ ਨਹੀਂ, ਭਵਿੱਖਾ ਸਾਡਾ ਧੁੰਦਲਾ ਹੋ ਗਿਆ। ਸਿਆਣੇ ਕਹਿੰਦੇ ਨੇ ਪੱਲਾ ਚੱਕਿਆ ਆਪਣਾ ਪੇਟ ਨੰਗਾ ਹੁੰਦਾ। ਅਸੀਂ ਪੰਜਾਬੀ ਆ ਜਿਹੜੇ ਬਿਲਕੁਲ ਇਸ ਗੱਲ ਦੇ ਦੋਸ਼ੀ ਖੁਦ ਵੀ ਬਣੇ ਹੋਏ ਆ ਵੀ ਸਾਡਾ ਜਿਹੜਾ ਭਵਿੱਖ, ਸਾਨੂੰ ਜਿੰਨਾ ਪੰਜਾਬ ਦਾ, ਅਸੀਂ ਇੰਨੇ ਕਰਜ਼ੇ ਦੇ ਭਾਰ ਦੇ ਥੱਲੇ ਆ ਗਏ ਵੀ ਸਾਨੂੰ ਦਿਖਦਾ ਕੁਛ ਨਹੀਂ। ਇਸ ਕਰਕੇ ਅਸੀਂ ਚਾਹੁੰਦੇ ਹਾਂ ਵੀ ਸਾਡੇ ਬੱਚਿਆਂ ਦਾ ਭਵਿੱਖ ਚੰਗਾ ਬਣ ਜਾਵੇ, ਲੇਕਿਨ ਚੰਗੇ ਭਵਿੱਖ ਨੂੰ ਬਣਾਉਣ ਲਈ ਅਸੀਂ ਜਿਹੜੇ ਕਦਮ ਵਧੀਆ ਲੈਣੇ ਨੇ, ਜਿਹੜੇ ਅਸੀਂ ਫੈਸਲੇ ਕਰਨੇ ਨੇ ਨਾ, ਜਿਹੜਾ ਬੰਦਿਆਂ ਨੂੰ ਅਸੀਂ ਕੰਟਰੈਕਟ ਕਰਨਾ, ਉਹ ਜੇ ਅਸੀਂ ਠੀਕ ਢੰਗ ਨਾਲ ਕਰਾਂਗੇ ਵੀ ਅਸੀਂ ਸਹੀ ਬੰਦੇ ਕੋਲ ਗਏ, ਪਹਿਲਾਂ ਸਾਡਾ ਬੱਚਾ ਸਹੀ, ਗਾਂ ਜਿਸ ਬੰਦੇ ਕੋਲ ਗਾਈਡੈਂਸ ਲੈਣ ਵਾਸਤੇ ਗਏ ਉਹ ਸਹੀ। ਹੁਣ ਗੜਬੜ ਇੱਥੇ ਹੋ ਗਈ। ਮੈਨੂੰ ਥੋੜੇ ਦਿਨ ਪਹਿਲਾਂ ਮੇਰੇ ਸਾਹਮਣੇ ਇੱਕ ਦੋ ਕੇਸ ਆਏ। ਉਹ ਕਹਿੰਦੇ ਵੀ ਕੋਈ ਨਾ ਤੁਸੀਂ ਅਪਲਾਈ ਕਰ ਦਿਓ, ਤੁਸੀਂ ਸਾਨੂੰ ਵਿਆਜ ਦੇ ਦਿਓ, ਪੈਸੇ ਅਸੀਂ ਭਰ ਦਾਂਗੇ ਤੁਹਾਡੀ ਫੀਸ ਦੇ। ਜਿਹੜੀ ਉਹ ਬੱਚੇ ਦੇ $800 ਉਹ ਪਰ ਮੰਥ ਬੱਚੇ ਦੇ ਖਰਚੇ ਵਾਸਤੇ ਮੰਗਾਉਂਦੇ ਨੇ। ਉਹ ਕਹਿੰਦੇ ਵੀ ਕੋਈ ਨਾ ਤੁਸੀਂ ਵਿਆਜ ਜਦੋਂ ਪਰ ਮੰਥ 12% ਜਿਹੜਾ ਜਿਵੇਂ ਰੂਟੀਨ 'ਚ ਚੱਲਦਾ ਉਹ ਦੇ ਦਿਓ, ਅਸੀਂ ਰਕਮ ਸ਼ੋਅ ਕਰ ਦਾਂਗੇ। ਹੁਣ ਜਦੋਂ ਉਹ ਰਕਮ, ਇਹ ਅਗਲੇ ਦੀ ਇਮਾਨਦਾਰੀ 'ਤੇ ਡਿਪੈਂਡ ਕਰਦੀ ਹੈ ਵੀ ਉਹਨੇ ਭਰੀ ਆ ਕਿ ਨਹੀਂ ਭਰੀ। ਤੁਸੀਂ ਯਕੀਨ ਕਰ ਲਿਆ, ਤੋਂ ਉਹਨੇ ਵਿਆਜ ਵੀ ਲੈ ਲਿਆ, ਲੇਕਿਨ ਉਹਨੇ ਉੱਥੇ ਉਹ ਸ਼ੋਅ ਕੀਤੀ ਆ ਕਿ ਨਹੀਂ ਕੀਤੀ। ਜਦੋਂ ਤੁਹਾਡੇ ਪੇਪਰ ਵਰਕ ਦੇ ਵਿੱਚ ਨੁਕਸ ਰਹਿ ਗਿਆ ਤਾਂ ਐਮਬੈਸੀ ਦਾ ਜਿਹੜਾ ਅਫੀਸਰ ਆ, ਉਹਨੇ ਤੁਹਾਡੇ ਪੇਪਰ ਦੇਖਣੇ ਨੇ ਵੀ ਕੀ ਇਹ ਲੱਗੇ। ਪਹਿਲਾਂ ਸੀ ਜਦੋਂ ਉਹ ਜਿਹੜਾ ਖਰਚੇ ਵਾਲਾ ਪੈਸਾ ਸੀ, ਜੇ ਨਹੀਂ ਵੀ ਸਟੂਡੈਂਟ ਦਿੰਦਾ ਸੀ, ਉਹ ਕਹਿੰਦੇ ਕੋਈ ਨਾ ਬਾਅਦ 'ਚ ਦੇ ਦਿਓ, ਕਿਉਂਕਿ ਉਦੋਂ ਉਹਨਾਂ ਨੂੰ ਸਟੂਡੈਂਟਾਂ ਦੀ ਲੋੜ ਸੀ। ਹੁਣ ਉਹਨਾਂ ਨੇ ਮਾਪਦੰਡ ਨੇ ਜਿਹੜੇ ਉਹ ਪਹਿਲਾਂ ਨਾਲੋਂ ਹਾਰਡ ਕਰਨੇ ਪੈਣੇ ਸੀ, ਕਿਉਂਕਿ ਸਾਡੀ ਗਿਣਤੀ ਜ਼ਿਆਦਾ ਹੋ ਗਈ। ਹੁਣ ਤਾਂ ਉਸ ਸੀਜ਼ਨ ਵਿੱਚ ਜਿਹੜਾ ਬੰਦਾ ਹੁਣ ਸਤੰਬਰ ਲਈ ਅਪਲਾਈ ਕਰਦਾ, ਕਈ ਹੁਣ ਸਤੰਬਰ ਦੇ ਨੇੜੇ ਆਉਣੇ ਵਾਲਾ, ਅਗਸਤ ਮੁੱਕਣ ਵਾਲਾ, ਉਹ ਕਈ ਬੱਚਿਆਂ ਦੇ ਹਾਲੇ ਡਿਸੀਜਨ ਨਹੀਂ ਆਏ। ਪਿਛਲੇ ਸੀਜ਼ਨ 'ਚ ਮੇਰੇ ਧਿਆਨ ਵਿੱਚ ਆਇਆ ਵੀ ਜਿਹੜਾ ਨੇ ਜਨਵਰੀ 'ਚ ਜਾਣਾ ਸੀ, ਜਿਹੜਾ ਨੇ ਪਿਛਲੇ ਸਤੰਬਰ ਜਾਣਾ ਸੀ, ਉਹਨਾਂ ਨੂੰ ਇਹ ਜਨਵਰੀ ਵਿੱਚ ਭੇਜਿਆ ਗਿਆ, ਗਾਹਾਂ ਚੱਕ ਕੇ ਲੈ ਜਾਂਦੇ ਨੇ। ਤੇ ਇਹਦੇ 'ਚ ਇਹ ਕਾਰਨ ਮੇਨ ਜਿਹੜਾ ਬਣਿਆ ਹੋਇਆ ਵੀ ਜਦੋਂ ਅਸੀਂ ਪੇਪਰਾਂ ਦੀ ਜਿਹੜੀ ਗੱਲ ਆ, ਅਸੀਂ ਸਭ ਤੋਂ ਪਹਿਲਾਂ ਦੇਖਣਾ ਵੀ ਸਾਡੀ ਸੰਤੁਸ਼ਟੀ ਹੋਣੀ, ਤਸੱਲੀ ਹੋਣੀ ਚਾਹੀਦੀ ਵੀ ਸਾਡੇ ਪੇਪਰ ਠੀਕ ਨੇ। ਦੂਜੀ ਗੱਲ ਜਿਹੜੀ ਅਗਲੀ ਆ, ਉਹ ਹੁਣ ਇਸ ਗੱਲ ਨੂੰ ਵਿਚਾਰਨਾ ਪੈਣਾ ਵੀ ਉਹ ਜਿਹੜਾ ਦੇਸ਼ ਆ ਉਹ ਬਹੁਤ ਵਿਉਂਤਬੰਦੀ ਨਾਲ ਚੱਲਦਾ। ਉਹਨਾਂ ਦੀ ਜਿਹੜੀ ਪਾਲਿਸੀ ਆ, ਇਹ ਵੀ ਜਿਹੜੀ ਆਵਾਜ਼ ਖਲਕ ਵਾਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਇਹ ਗੱਲ ਉੱਥੋਂ ਆਈ ਆ ਉਹਨਾਂ ਸਰੋਤਾਂ ਦੇ ਵਿੱਚੋਂ। ਉਹ ਨਹੀਂ ਚਾਹੁੰਦੇ ਵੀ ਕਿਸੇ ਇੱਕ ਕਮਿਊਨਿਟੀ ਦੇ ਲੋਕ ਉੱਥੇ ਬਹੁਤ ਜ਼ਿਆਦਾ ਗਿਣਤੀ ਵਿੱਚ ਹੋ ਜਾਣ। ਇਹ ਹੁਣ ਤਾਂ ਸਟੂਡੈਂਟਾਂ ਦੀ ਗੱਲ ਚੱਲਦੀ ਹੈ। ਪਹਿਲਾਂ ਵੀ ਇਹ ਮੇਰੇ ਧਿਆਨ ਵਿੱਚ ਗੱਲ ਆਈ ਉੱਥੇ, ਜਦੋਂ ਸਟੂਡੈਂਟ ਵਾਲਾ ਵੀਜ਼ਾ ਨਹੀਂ ਸੀ ਚੱਲਦਾ, ਉਹ ਗੱਲ ਚੱਲਦੀ ਸੀ ਵੀ ਉੱਥੇ ਮੁਸਲਮਾਨ ਜਿਹੜਾ ਸਾਡਾ ਭਾਈਚਾਰਾ, ਉਹਨਾਂ ਦੇ ਵਿੱਚੋਂ ਇਹ ਗੱਲ ਉੱਥੇ ਲੋਕ ਚਰਚਾ ਵਿੱਚ ਸੀ। ਉਹ ਕਹਿੰਦੇ ਵੀ ਅਸੀਂ ਕੈਨੇਡਾ ਦੇ ਕਦੇ ਨਾ ਕਦੇ ਇੱਥੇ ਪ੍ਰਧਾਨ ਮੰਤਰੀ ਆਪਣਾ ਬਣਾ ਲੈਣਾ। ਵੈਸੇ ਤਾਂ ਲੋਕਤੰਤਰ ਵਿੱਚ ਕਿਸੇ ਵੀ ਕਮਿਊਨਿਟੀ ਦਾ ਬੰਦਾ ਪ੍ਰਧਾਨ ਮੰਤਰੀ ਬਣ ਸਕਦਾ, ਲੇਕਿਨ ਉਹਨਾਂ ਦੀ ਵੀ ਅਸੀਂ ਆਪਣੀ ਪਾਪੂਲੇਸ਼ਨ ਇੰਨੀ ਕਰ ਲੈਣੀ ਆ, ਕਿਉਂਕਿ ਉਹ ਬੱਚੇ, ਉਹਨਾਂ ਦੀ ਗਿਣਤੀ ਆ ਜਿਹੜੀ, ਉਹ ਮੈਰਿਜ ਦੀ ਗਿਣਤੀ ਵੀ ਉਹ ਕਈ ਵਾਰੀ ਵਧਾ ਲੈਂਦੇ ਨੇ, ਤੇ ਬੱਚਿਆਂ ਦੀ ਗਿਣਤੀ ਵੀ ਉਹਨਾਂ ਦੀ ਹੁੰਦੀ ਆ। ਅਕਸਰ ਐਸਾ ਦੇਖਣ ਵਿੱਚ ਆਇਆ, 5 ਉਂਗਲਾਂ ਇੱਕੋ ਜਿਹੀਆਂ ਨਹੀਂ, ਲੇਕਿਨ ਇਹ ਗੱਲ ਹਕੀਕਤ ਦੇ ਕਾਫੀ ਨੇੜੇ ਆ। ਲੇਕਿਨ ਕੈਨੇਡਾ ਦੀ ਇਹ ਪਾਲਿਸੀ ਸੀ ਵੀ ਅਸੀਂ ਇੱਕ ਕਮਿਊਨਿਟੀ ਨੂੰ ਉੱਥੇ ਹਾਵੀ ਨਹੀਂ ਹੋਣ ਦੇਣਾ, ਅਸੀਂ ਸਾਰੀਆਂ ਦੇਸ਼ਾਂ ਦੇ, ਸਾਰੀਆਂ ਹੀ ਨਸਲਾਂ ਦੇ ਬੰਦਿਆਂ ਨੂੰ ਇੱਥੇ ਸੱਦਣਾ। ਹੁਣ ਇਹਦੇ 'ਚ ਬੜੀ ਰੌਚਕ ਗੱਲ ਆ, ਪਤਾ ਨਹੀਂ ਆਪਣੇ ਇਸ ਐਪੀਸੋਡ ਵਿੱਚ ਪੂਰੀ ਹੋਊ ਕਿ ਨਹੀਂ,
ਜਦੋਂ ਉਹਦਾ ਵਿਦੇਸ਼ ਮੰਤਰੀ ਕੈਨੇਡਾ ਦਾ ਜੈਸਨ ਕੈਨੀ ਸੀ, ਉਹਨੇ ਕਾਫੀ ਸਾਰੀਆਂ ਪਾਲਸੀਆਂ ਦੀ ਤਬਦੀਲੀ ਕੀਤੀ, ਚੇਂਜ ਕੀਤੀਆਂ। ਉਦੋਂ ਪੰਜਾਬੀਆਂ ਦੇ ਵਿੱਚ ਰਿਫਿਊਜ਼ਲ ਜਿਹੜੇ ਗਿਣਤੀ ਸੀ ਉਹ ਬਹੁਤ ਲੱਗੀ, ਜਿਹੜੇ ਮੈਰਿਡ ਕੇਸ ਸੀ ਉਹਦੇ ਵਿੱਚ ਬਹੁਤ ਬੰਦੇ ਰਿਫਿਊਜ਼ ਹੋਏ, ਲੰਬਾ ਟਾਈਮ ਉਹਨਾਂ ਨੂੰ ਵੇਟ ਕਰਨੀ ਪਈ। ਉਹਨੇ ਪਾਲਸੀ ਬਣਾਈ ਵੀ ਸਾਡੇ ਲੋਕ ਏਸ਼ੀਅਨ ਲੋਕ ਨੇ ਜਿਹੜੇ ਉਹ ਬਹੁਤ ਆ ਰਹੇ, ਏਸ਼ੀਅਨ ਵਿੱਚ ਅਸੀਂ ਇੰਡੀਅਨ ਲੋਕ ਵੀ ਹਾਂ, ਇੰਡੀਆ ਦੇ ਵਿੱਚ ਅਸੀਂ ਪੰਜਾਬੀ ਲੋਕ ਵੀ ਹਾਂ, ਉਹਦੀ ਵੀ ਇੰਨੇ ਲੋਕ ਆ ਰਹੇ ਨੇ ਵੀ ਸਾਨੂੰ ਯੂਰਪ ਤੋਂ ਵੀ ਬੰਦੇ ਸੱਦਣੇ ਚਾਹੀਦੇ ਨੇ। ਉਹਨੇ ਉਸ ਤੋਂ ਬਾਅਦ ਇਹ ਕੀਤਾ ਵੀ ਹੁਣ ਆਪਾਂ ਯੂਰਪ ਵਾਲੇ ਬੰਦਿਆਂ ਨੂੰ ਸੱਦੋ, ਜਿਹੜੇ ਸਕਿੱਲ ਵਰਕਰ ਸੀ, ਜਿਹਨਾਂ ਵਿੱਚ ਡਰਾਈਵਰ ਜਾਂ ਹੋਰ ਵੱਖ-ਵੱਖ ਕੈਟਾਗਰੀ ਜਿਹੜੇ ਮਾਹਰ ਬੰਦੇ ਨੇ, ਉਹਨਾਂ ਨੇ ਕਿਹਾ ਵੀ ਯੂਰਪ ਵਾਲੇ ਤੁਸੀਂ ਅਪਲਾਈ ਕਰੋ, ਤੇ ਯੂਰਪ ਵਾਲਿਆਂ ਨੂੰ ਵੀਜ਼ੇ ਲੱਗੇ। ਤੇ ਕਹਿੰਦੇ ਵੀ ਜੈਸਨ ਕੈਨੀ, ਜਿਵੇਂ ਲੋਕਾਂ ਵਿੱਚੋਂ ਆਵਾਜ਼ ਆਈ, ਜੈਸਨ ਕੈਨੀ ਦੇਖਣ ਗਿਆ ਵੀ ਦੇਖੀਏ ਹੁਣ ਯੂਰਪ ਤੋਂ ਕਿੰਨੇ ਬੰਦੇ ਆਏ। ਜਦੋਂ ਉਹਨੇ ਜਾ ਕੇ ਦੇਖਿਆ ਉੱਥੇ ਫਿਰ ਸਾਡਾ ਪੰਜਾਬੀ ਭਾਈਚਾਰਾ ਬੈਠਾ, ਉਹ ਹੈਰਾਨ ਹੋ ਗਿਆ ਵੀ ਇਹ ਤਾਂ ਯੂਰਪ ਦੇ ਬੰਦੇ ਬੁਲਾਏ ਨੇ। ਕਾਰਨ ਇਹ ਹੋਇਆ ਵੀ ਜਿਹੜੇ ਬੰਦੇ ਅਸੀਂ ਯੂਰਪ ਜਾ ਕੇ ਜਦੋਂ ਸਿਟੀਜ਼ਨ ਬਣ ਗਏ ਤੇ ਅਸੀਂ ਉੱਥੋਂ ਫਿਰ ਕੈਨੇਡਾ ਨੂੰ ਜਾਣ ਦੀ ਪਲਾਨ ਕਰ ਲਈ। ਇਹ ਹਾਲਾਤ ਮੁਤਾਬਕ ਕੈਨੇਡਾ ਦੀ ਪਾਲਿਸੀ ਇਹ ਆ ਵੀ ਸਾਡੇ ਕੋਲ ਸਾਰੇ ਮੁਲਕਾਂ ਦੇ ਬੰਦੇ, ਹੋ ਸਕਦਾ ਉਹਨਾਂ ਨੇ ਕੁਝ ਇਹਦੇ ਤੇ ਪਰਸੈਂਟੇਜ ਦੇ ਉੱਤੇ ਜ਼ਰੂਰ ਫਰਕ ਪਾਇਆ ਹੋਵੇ, ਪਰ ਉਹ ਟੈਲੈਂਟ ਨੂੰ ਕਦੇ ਨਹੀਂ ਛੱਡਣਗੇ। ਜੇ ਬੱਚਾ ਡਿਜ਼ਰਵ ਕਰਦਾ, ਮੇਰਾ ਮੰਨਣਾ ਜਿੰਨਾ ਮੈਂ ਸਮਝਿਆ ਵੀ ਉਹ ਟੈਲੈਂਟਡ ਬੱਚੇ ਨੂੰ ਕਦੇ ਨਹੀਂ ਛੱਡਣਗੇ। ਨਾ ਉਹਨਾਂ ਦਾ ਇਹ ਮੈਟਰ ਆ ਵੀ ਇਹ ਸਿੱਖ ਆ, ਹਿੰਦੂ ਆ, ਮੁਸਲਮਾਨ ਆ ਜਾਂ ਕਿਸੇ ਹੋਰ ਧਰਮ ਨੂੰ, ਉਹ ਦੇਖਦੇ ਨੇ ਵੀ ਅਸੀਂ ਜਿਹੜੇ ਯੋਗਤਾ ਵਾਲੇ ਬੱਚੇ ਨੇ ਉਹਨਾਂ ਨੂੰ ਕੈਨੇਡਾ ਲੈ ਕੇ ਹੀ ਲੈ ਕੇ ਆਉਣਾ। ਤੇ ਕੈਨੇਡਾ ਬਹੁਤ ਵੱਡਾ ਮੁਲਕ ਆ, ਉੱਥੇ ਉਹ ਚਾਹੁੰਦੇ ਨੇ ਵੀ ਜਿੰਨੀ ਮਰਜ਼ੀ ਪਾਪੂਲੇਸ਼ਨ ਹੋ ਜਾਵੇ। ਇਹ ਇੱਕ ਵੱਖਰਾ ਵਿਸ਼ਾ ਜੇ ਕਦੇ ਕੋਈ ਬਣਿਆ, ਕਿਉਂਕਿ ਉਹ ਗੋਰੇ ਨੇ ਜਿਹੜੇ ਔਲਾਦ ਪੈਦਾ ਕਰਨ ਤੋਂ ਮਤਲਬ ਮੁਨਕਰੇ ਹੋ ਗਏ ਵੀ ਕਰਨ। ਇਹ ਜਦੋਂ ਤੁਸੀਂ ਹੁਣ ਪੰਜਾਬ ਦੇ ਵਿੱਚ ਦੇਖੋਗੇ ਨਾ, ਇਹ ਤੁਹਾਨੂੰ ਇੱਥੇ ਵੀ ਇਹ ਕਮਜ਼ੋਰੀ ਬਹੁਤ ਵੱਡੀ ਹੋਊਗੀ। ਜਿਹੜੇ ਬੱਚੇ ਸਾਡੇ ਇੱਥੇ, ਤੁਸੀਂ ਜਾਓ ਨੋਇਡਾ ਜਾਂ ਗੁੜਗਾਉਂ ਜਾ ਕੇ ਵੱਡੇ ਪੈਕੇਜਾਂ ਤੇ ਕੰਮ ਕਰਦੇ ਨੇ, 50 ਲੱਖ ਜਾਂ 30 20 ਲੱਖ ਦੇ ਪੈਕੇਜ ਤੇ ਕੰਮ ਕਰਦੇ ਨੇ, ਉਹ ਸਾਡੇ ਕਮਿਊਨਿਟੀ ਦੇ ਬੱਚੇ ਨੇ ਜਿਹੜੇ ਉਹ 35 34 32 ਸਾਲ ਦੇ ਹੋ ਗਏ, ਲੇਕਿਨ ਉਹ ਮੈਰਿਜ ਕਰਾਉਣੀ ਨਹੀਂ ਮੰਨ ਰਹੇ, ਕੁੜੀਆਂ ਜਾਂ ਮੁੰਡੇ। ਆ ਜਿਹੜੀ ਸਿੱਖੀ ਵਾਲੀ ਗੱਲ ਆਪਾਂ ਪਹਿਲਾਂ ਕਰਕੇ ਫਿਰ ਇੱਥੇ ਆ ਜਾਣੀ ਆ, ਕਿਉਂਕਿ ਜਦੋਂ ਤੁਸੀਂ ਮੈਚਿਓਰ ਹੋ ਜਾਂਦੇ ਤੁਹਾਡੇ ਸੋਚਣ ਦਾ ਢੰਗ ਤਰੀਕਾ ਹੋਰ ਹੋ ਜਾਂਦਾ। ਆਪਾਂ ਕੈਨੇਡਾ ਦੀ ਜਿਹੜੀ ਗੱਲ ਕਰਦੇ ਹਾਂ, ਕੈਨੇਡਾ ਵਾਲੇ ਬੰਦੇ, ਯੋਗਤਾ ਵਾਲੇ ਬੰਦੇ ਨੂੰ ਕਿਸੇ ਦੇਸ਼ ਵਿੱਚੋਂ ਵੀ ਨਹੀਂ ਛੱਡਣ। ਤੇ ਨਾਲ ਸਾਨੂੰ ਇਸ ਗੱਲ ਵਾਲੇ ਤਵੱਜੋ ਜ਼ਰੂਰ ਦੇਣੀ ਚਾਹੀਦੀ ਆ ਵੀ ਉਹ ਪਾਲਿਸੀ ਦੇ ਵਿੱਚ ਕੋਈ ਗਿਣਤੀ ਪਰਸੈਂਟੇਜ ਘਟ ਗਈ, ਲੇਕਿਨ ਅਸੀਂ ਆਪਣੇ ਬੱਚਿਆਂ ਨੂੰ ਜੇ ਹੁਣ 6.5 ਬੈਂਡ ਜਾਂ 7 ਬੈਂਡ, ਹੁਣ ਇਸ ਤੋਂ ਅੱਗੇ ਜਿਹੜੀ ਗੱਲ ਆਪਾਂ ਤੋਰਾਂਗੇ ਉਹਦੇ 'ਚ ਇਹ ਆਊਗੀ ਵੀ ਕੀ ਸਾਡੇ ਕੋਲ ਜਿਹੜੇ ਬੈਂਡ ਨੇ ਓਰੀਜਨਲ ਨੇ। ਆ ਪਿੱਛੇ ਜੇ ਆਪਣੇ ਇਲਾਕੇ 'ਚ ਪੁਲਿਸ ਦਾ ਇੱਕ ਰੈਕਡ ਸੁਣਨ ਦੇ ਵਿੱਚ ਆਈ ਸੀ, ਖੰਨੇ ਇਲਾਕੇ ਦੇ ਵਿੱਚ ਵੀ ਉਹ ਫੜੇ ਗਏ ਬੰਦੇ ਜਿਨ੍ਹਾਂ ਨੇ ਜਿਹੜੇ ਆਈਲੈਟਸ ਦੇ ਬੈਂਡ ਸੀ ਉਹ ਵੀ ਕਿਸੇ ਤਰੀਕੇ ਨਾਲ ਖਰੀਦ ਲਏ। ਤੇ ਉਹਦੇ ਵਿੱਚ ਜੇ ਉਹ ਇਦਾਂ ਦੇ ਦੋਸ਼ੀ ਨੇ ਤੇ ਉਹਦੇ ਵਿੱਚ ਅਸੀਂ ਕੈਨੇਡਾ ਨੂੰ ਕਿਵੇਂ ਦੋਸ਼ੀ ਬਣਾਵਾਂ? ਇਹ ਨਹੀਂ ਮੈਂ ਉਹਨਾਂ ਦਾ ਪੱਖ ਪੂਰਦਾ, ਪਰ ਅਸੀਂ ਪੱਖ ਪੂਰੇ ਤੋਂ ਬਿਨਾਂ ਸਾਨੂੰ ਇਹ ਵੀ ਦੇਖਣਾ ਪਊਗਾ ਵੀ ਕੀ ਅਸੀਂ ਉਹ ਮਾਪਦੰਡ ਪੂਰੇ ਕਰਦੇ ਹਾਂ ਕਿ ਨਹੀਂ ਕਰਦੇ। ਬੜਾ ਬੇਬਾਕੀ ਨਾਲ ਗਿਆਨੀ ਤਰਲੋਚਨ ਸਿੰਘ ਭਮੱਦੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ। ਜਾਣਕਾਰੀਆਂ ਹੋਰ ਵੀ ਬਹੁਤ ਨੇ, ਪਰ ਕਿਉਂਕਿ ਸਾਡਾ ਇਹ ਪਹਿਲਾ ਫੇਸ ਟੂ ਫੇਸ ਡਿਸਕਸ਼ਨ ਪ੍ਰੋਗਰਾਮ ਸੀ, ਬੜੀ ਸੰਜੀਦਗੀ ਨਾਲ, ਬੜੇ ਠਰਮੇ ਨਾਲ, ਬੜੇ ਤਹੱਲਮ ਨਾਲ, ਬੜੇ ਸਾਫ ਸੁਥਰੇ ਸਾਨੂੰ ਜਵਾਬ ਮਿਲੇ ਨੇ, ਜਾਣਕਾਰੀ ਮਿਲੀ ਹੈ, ਨੌਲੇਜ ਮਿਲੀ ਹੈ। ਸਾਡਾ ਪਹਿਲਾ ਐਪੀਸੋਡ ਸੀ ਇਹ। ਇਸ ਸੰਬੰਧੀ ਜਾਣਕਾਰੀਆਂ ਹੋਰ ਵੀ ਬਹੁਤ ਨੇ। ਆਉਣ ਵਾਲੇ ਦਿਨਾਂ ਵਿੱਚ ਰੋਜ਼ ਦੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਹਾਡਾ ਬੜਾ ਧੰਨਵਾਦ। ਸਾਡੇ ਚੈਨਲ ਆਵਾਜ਼ ਖਲਕ ਨੂੰ ਕਮਜ਼ੋਰੀਆਂ ਤੇ ਸਾਡੀਆਂ ਜਿਹੜੀਆਂ ਖੂਬੀਆਂ ਨੇ ਉਹਨਾਂ ਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਸਾਥ ਜ਼ਰੂਰ ਦੇਣਾ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ, ਲਾਈਕ ਕਰਨਾ, ਸ਼ੇਅਰ ਕਰਨਾ। ਤੁਹਾਡੇ ਸਾਰਿਆਂ ਦਾ ਜੁੜੇ ਰਹਿਣ ਲਈ ਧੰਨਵਾਦ। ਆਸ ਕਰਦਾ ਕਿ ਇਸੇ ਤਰ੍ਹਾਂ ਪਿਆਰ ਤੇ ਮੁਹੱਬਤ ਦਿਓਗੇ। ਪਿਆਰ ਭਰੀ ਸਤਿ ਸ਼੍ਰੀ ਅਕਾਲ।